ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਸਪੈਸ਼ਲ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਸਵਾਲ ਤੁਹਾਡੇ ਹੁੰਦੇ ਨੇ ਤੇ ਜਵਾਬ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਇੱਕ ਮਾਹਿਰ ਨਜ਼ਰੀਏ ਤੋਂ, ਇੱਕ ਮਾਹਿਰ ਸਲਾਹ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਖਾਸ ਇਸ ਪ੍ਰੋਗਰਾਮ ਦੇ ਜ਼ਰੀਏ। ਤੇ ਅੱਜ ਅਸੀਂ ਢੇਰ ਸਾਰੀ ਗੱਲਾਂ ਕਰਨੀਆਂ ਨੇ ਅਲੱਗ-ਅਲੱਗ ਕੰਟਰੀਜ਼ ਦੇ ਅਪਡੇਟਸ ਦੇ ਬਾਰੇ ਵਿੱਚ। ਅਸੀਂ ਸਾਰੇ ਜਾਣਦੇ ਹਾਂ ਕਿ ਰੀਸੈਂਟਲੀ ਜੋ ਹੈ ਕੈਨੇਡਾ ਨੂੰ ਲੈ ਕੇ, ਆਸਟ੍ਰੇਲੀਆ ਨੂੰ ਲੈ ਕੇ, USA ਨੂੰ ਲੈ ਕੇ ਕਈ ਤਰ੍ਹਾਂ ਦੇ ਅਪਡੇਟਸ ਨੇ ਤੇ ਅੱਗੋਂ ਹੁਣ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਜਿਹੜੇ ਸਟੂਡੈਂਟਸ ਹੁਣ ਅਪਲਾਈ ਕਰਨਾ ਚਾਹੁੰਦੇ ਨੇ, ਚਾਹੇ ਕੈਨੇਡਾ, ਆਸਟ੍ਰੇਲੀਆ, USA, UK। ਸੋ ਉਹ ਸਾਰੀਆਂ ਗੱਲਾਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ। ਤੁਹਾਡੇ ਵੀ ਕੋਈ ਸਵਾਲ ਹੋਣ ਤਾਂ ਸਕਰੀਨ ਤੇ ਲਗਾਤਾਰ ਨੰਬਰ ਡਿਸਪਲੇ ਹੋ ਰਹੇ, ਇਸ ਉੱਪਰ ਕਾਲ ਕਰਕੇ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਤੇ ਮੈਂ ਤੁਹਾਡੀ ਹੁਣ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਜੀ, ਜੋ ਸਾਡੇ ਨਾਲ ਅੱਜ ਸਾਡੇ ਸਟੂਡੀਓ ਵਿੱਚ ਸਾਡੇ ਖਾਸ ਗੈਸਟ ਅਸੀਂ ਇਨਵਾਈਟ ਕੀਤੇ ਨੇ, ਸੈਟਲਿੰਗ ਅਬਰੋਡ ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਸੁਭਾਸ਼ ਮਹਾਜਨ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ ਜੀ। ਸਭ ਤੋਂ ਪਹਿਲਾਂ ਅਗਰ ਆਪਾਂ ਕੈਨੇਡਾ ਦੀ ਹੀ ਗੱਲ ਕਰੀਏ, ਮੈਂ ਬਾਰ-ਬਾਰ ਜਦੋਂ ਵੀ ਅਸੀਂ ਹਰ ਰੋਜ਼ ਸ਼ੋਅ ਲੈ ਕੇ ਆਉਂਦੇ ਹਾਂ ਤਾਂ ਅਸੀਂ ਕੈਨੇਡਾ ਤੋਂ ਹੀ ਸ਼ੁਰੂਆਤ ਕਰਦੇ ਹਾਂ, ਕਿਉਂਕਿ ਸਾਰੇ ਦਰਸ਼ਕਾਂ ਦੀ, ਸਟੂਡੈਂਟਸ ਦੀ ਪਹਿਲੀ ਪ੍ਰਾਇੋਰਟੀ ਹੁੰਦੀ ਕਿ ਅਸੀਂ ਕੈਨੇਡਾ ਪਹੁੰਚ ਜਾਈਏ। ਤੇ ਹੁਣ ਆਪਾਂ ਅੱਜ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਸਭ ਤੋਂ ਪਹਿਲਾਂ ਉਹਨਾਂ ਸਟੂਡੈਂਟਸ ਦੀ ਗੱਲ ਕਰ ਲਈਏ ਜਿਨ੍ਹਾਂ ਦੇ ਓਵਰਆਲ 6 ਬੈਂਡ ਤਾਂ ਹੈ, 1 ਜਾਂ 2 ਮੋਡਿਊਲ 'ਚ 5.5 ਆ ਗਏ ਨੇ। ਉਹਨਾਂ ਨੂੰ ਕੀ ਡਿਸੀਜਨ ਲੈਣਾ ਚਾਹੀਦਾ ਹੁਣ? ਦੇਖੋ, ਬੇਸਿਕਲੀ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਹੈ ਕਿ ਜੋ ਵੀ ਬੱਚਾ ਅੱਜ ਦੇ ਟਾਈਮ ਤੇ ਬਾਹਰ ਜਾਣਾ ਚਾਹੁੰਦਾ, ਫਸਟ ਉਹਦਾ ਜਿਹੜਾ ਡ੍ਰੀਮ ਡੈਸਟੀਨੇਸ਼ਨ ਹੈ ਉਹ ਕੈਨੇਡਾ ਜਾਂ ਆਸਟ੍ਰੇਲੀਆ ਹੈ। ਬਿਲਕੁਲ। ਹੁਣ ਜੇ ਐਕਚੁਅਲੀ ਮੈਂ ਗੱਲ ਕਰਾਂ ਕੈਨੇਡਾ ਦੀ, ਹੁਣ ਕੈਨੇਡਾ ਦੇ ਵਿੱਚ ਫਾਈਲ ਪ੍ਰੋਸੈਸ ਕਰਨ ਤੋਂ ਪਹਿਲਾਂ ਜੋ ਦੇ ਰੀਸੈਂਟ ਅਪਡੇਟਸ ਹੈਗੇ ਉਹਦੀ ਮੈਂ ਗੱਲ ਕਰਨਾ ਚਾਹੂੰਗਾ। ਫਸਟਲੀ ਜਿਵੇਂ ਹੁਣ 7 ਸਤੰਬਰ ਤੋਂ ਉਹਨਾਂ ਨੇ ਨੌਨ ਐਸੈਂਸ਼ੀਅਲ ਸਰਵਿਸਿਜ਼ ਵੀ ਸਟਾਰਟ ਕਰ ਦਿੱਤੀਆਂ, ਜੋ ਆਪਾਂ ਵੇਖਿਆ ਕਿ ਜੋ ਕਾਫੀ ਅੱਛਾ ਕਹਿ ਲਓ ਕਿ ਸਾਡਾ ਦੁਬਾਰਾ ਤੋਂ ਕ੍ਰੇਜ਼ ਜਾਗ ਗਿਆ। ਹੁਣ ਦੂਸਰੀ ਗੱਲ ਕਰਦਾ ਕੈਨੇਡਾ ਦੀ, ਜੋ ਡਾਇਰੈਕਟ ਫਲਾਈਟ ਸੀ ਜੋ ਕਾਫੀ ਜ਼ਿਆਦਾ ਕਹਿ ਲਓ ਕਿ ਹੁਣ ਚੀਪੈਸਟ ਰੇਂਜ ਦੇ ਵਿੱਚ ਮਿਲ ਗਈ ਹੈ। ਹੁਣ ਦੇਖੋ, ਐਕਚੁਅਲੀ ਇੱਕ ਚੀਜ਼ ਨੂੰ ਆਪਾਂ ਸਮਝਦੇ, ਇਸ ਚੀਜ਼ ਨੂੰ ਆਪਾਂ ਲੌਜੀਕਲੀ, ਟੈਕਨੀਕਲੀ ਔਰ ਫਾਈਨੈਂਸ਼ੀਅਲੀ ਜੇ ਮੈਂ ਲੈਵਲ ਤੇ ਗੱਲ ਕਰਾਂ ਕੀ ਹੈਗਾ, ਉਹਨੂੰ ਪਤਾ ਨਹੀਂ ਬੰਦੇ ਨੇ ਕਿਵੇਂ ਅਰੇਂਜ ਕਰਕੇ ਆਪਣਾ ਵੀਜ਼ਾ ਪ੍ਰੋਸੈਸ ਕੀਤਾ ਹੈ। ਹੁਣ ਉਸ ਤੋਂ ਬਾਅਦ ਕੀ ਸੀ ਕਿ ਜਦੋਂ ਵੀਜ਼ਾ ਦਾ ਟਾਈਮ ਆ ਗਿਆ, ਵੀਜ਼ਾ ਤੁਹਾਡਾ ਆ ਗਿਆ, ਹੁਣ ਤੁਸੀਂ ਟਰੈਵਲ ਕਰਨਾ, ਫਲਾਈ ਕਰਨਾ। ਹੁਣ ਜੋ ਟਿਕਟ ਮੇਰੀ 60-70 ਹਜ਼ਾਰ ਦੀ ਸੀ, ਉਹ ਟਿਕਟ ਮੈਨੂੰ ਪੈ ਰਹੀ ਸੀ 2.5-3 4-4 ਲੱਖ ਤੱਕ ਵੀ ਮਿਲਦੀ ਹੈ। ਹੁਣ ਕੈਨੇਡਾ ਨੇ ਕੀ ਕੀਤਾ ਹੈ ਕਿ 21 ਸਤੰਬਰ ਤੋਂ ਬਾਅਦ ਜੋ ਡਾਇਰੈਕਟ ਟਰੈਵਲ ਸੀ ਇੰਡੀਆ ਟੂ ਟੋਰਾਂਟੋ ਦਾ, ਦਿੱਲੀ ਟੂ ਟੋਰਾਂਟੋ ਦਾ, ਉਹ ਸਟਾਰਟ ਹੋ ਗਿਆ। ਪਰ ਲੇਕਿਨ ਹੇਅਰ ਸਮ ਟਰਮਸ ਐਂਡ ਕੰਡੀਸ਼ਨ। ਪਹਿਲੀ ਟਰਮਸ ਐਂਡ ਕੰਡੀਸ਼ਨ ਕੀ ਹੈਗੀ ਹੈ ਕਿ ਜੋ ਅਸੀਂ ਮੈਡੀਕਲ, ਜੋ ਲੋਕਲ ਕਲੀਨਿਕ ਤੋਂ ਅਸੀਂ ਲੈਂਦੇ ਸੀ, ਉਹ ਅਸੈਪਟੇਬਲ ਨਹੀਂ ਹੈਗਾ। ਬਿਫੋਰ ਯੂਰ ਅਰਾਈਵਲ ਤੁਸੀਂ ਜੋ ਟਰਮੀਨਲ 3 ਹੈਗਾ ਤੁਸੀਂ ਉੱਥੇ ਜਾਓਗੇ, ਦੈਨ ਉੱਥੇ ਤੁਹਾਡਾ ਇੱਕ RT-PCR ਟੈਸਟ, ਰੈਪਿਡ PCR ਟੈਸਟ ਸਾਰੇ ਹੋਣਗੇ। 18 ਘੰਟੇ ਪਹਿਲੇ ਤੁਹਾਡੀ ਜਦ ਤੱਕ ਉਹ ਰਿਪੋਰਟ ਹੋਏਗੀ ਦੈਨ ਯੂ ਆਰ ਐਲੀਜੀਬਲ ਫॉर ਦਾ ਟਰੈਵਲ। ਇਹ ਨਾ ਹੋਊਗਾ ਕਿ ਟਰੈਵਲ ਕਰਨ ਤੋਂ ਤੁਹਾਡੀ ਰਿਪੋਰਟ 19 ਘੰਟੇ ਪਹਿਲੇ ਦੀ ਹੈ, ਉਹ ਮੰਨੀ ਨਹੀਂ ਜਾਊਗੀ। ਹੁਣ ਦੂਸਰਾ ਗੱਲ ਕਰਦੇ ਹਾਂ ਐਲੀਜੀਬਿਲਿਟੀ ਦੀ, ਜੋ ਤੁਸੀਂ ਕਹਿ ਰਹੇ ਸੀ ਕਿ ਓਵਰਆਲ 6 ਚੋਂ 5.5 ਦਾ। ਦੇਖੋ, ਕੈਨੇਡਾ ਦੇ ਵੀਜ਼ਾ ਪ੍ਰੋਸੈਸ ਦੇ ਵਿੱਚ ਨਾ 2 ਪਹਿਲੂ ਆਏ ਆ। ਪਹਿਲਾ ਪਹਿਲੂ ਸੀ ਕਿ ਯਾਰ ਬੱਚਾ 6.5 ਤੇ ਵੀ ਰਿਫਿਊਜ਼ ਹੋ ਗਿਆ 1 ਜੁਲਾਈ ਨੂੰ, ਜੋ ਅਸੀਂ ਵੇਖਿਆ ਅੱਛੀ ਫਾਈਲਾਂ ਸੀ ਉਹ ਵੀ ਰਿਫਿਊਜ਼ ਹੋ ਗਏ। ਪਰ ਲੇਕਿਨ ਜਿਹੜਾ ਹੁਣ ਦਾ ਸਿਨੈਰੀਓ ਚੱਲ ਰਿਹਾ ਹੈ ਕੈਨੇਡਾ ਦੇ ਲਈ, ਕਹਿ ਲਓ ਗੋਲਡਨ ਅਪਰਚੁਨਿਟੀ ਹੈ ਇਸ ਟਾਈਮ। ਕੈਨੇਡਾ ਹਰ ਇੱਕ ਪ੍ਰੋਫਾਈਲ ਨੂੰ, ਜੇ ਤੁਹਾਡੀ ਪ੍ਰੋਫਾਈਲ ਦੇ ਵਿੱਚ ਤੁਹਾਡੀ SOP ਵਧੀਆ, ਤੁਹਾਡੀ ਵੇ ਟੂ ਰਿਪਰੈਜ਼ੈਂਟ ਦਾ ਫਾਈਲ ਵਧੀਆ, ਤੁਹਾਡੇ ਫਾਈਨੈਂਸ਼ੀਅਲਸ ਓਕੇ ਹੈ, ਤੁਹਾਡਾ ਸੋਰਸ ਆਫ ਇਨਕਮ ਕਲੀਅਰ ਹੈਗਾ, ਤੁਹਾਡੇ ਕੋਰਸ ਦੀ ਰੈਲੀਵੈਂਸੀ ਹੈਗੀ ਹੈ, ਤੇ ਦੈਨ ਤੁਹਾਨੂੰ ਕੈਨੇਡਾ ਮੋਸਟ ਵੈਲਕਮ ਕਰ ਰਿਹਾ ਹੈ। ਰੀਜ਼ਨ ਕੀ ਹੈ ਕਿ ਇਸ ਟਾਈਮ ਜਿਹੜੀ ਕੈਨੇਡਾ ਦੀ ਵੀਜ਼ਾ ਰੇਸ਼ੋ ਹੈ ਕੰਪੈਰੀਜ਼ਨ ਲੈਵਲ ਟੂ ਫਲੈਸ਼ਬੈਕ ਉਹ ਅੱਛੀ ਹੈ। ਔਰ ਦੂਸਰਾ ਜਿਹੜਾ ਹੁਣ ਦਾ ਟਾਈਮ ਚੱਲ ਰਿਹਾ ਨਾ ਕੈਨੇਡਾ ਦੇ ਵਿੱਚ, ਜਿਵੇਂ ਅਸੀਂ ਸੁਣਦੇ ਸੀ ਕਿ ਯਾਰ ਬੱਚਾ 1 ਵਾਰ ਰਿਫਿਊਜ਼ ਹੋ ਗਿਆ, 2 ਵਾਰ ਰਿਫਿਊਜ਼ ਹੋ ਗਿਆ, ਤੇ ਹੁਣ ਕੀ ਕਰੀਏ ਆਪਾਂ। ਸੋ ਸਪੈਸ਼ਲੀ ਮੇਰਾ ਉਹਨਾਂ ਨੂੰ ਡਾਇਰੈਕਟਲੀ ਇੱਕ ਮੈਸੇਜ ਆ ਜੋ ਰਿਫਿਊਜ਼ਲ ਕੇਸਿਸ ਦੇ ਹੈਗੇ ਆ, ਉਹ ਵਰੀਡ ਹੈਗੇ ਕਿ ਅੱਗੇ ਕੀ ਕਰੀਏ। ਜੋ ਸਾਡੇ ਦਿੱਤੇ ਗਏ ਨੰਬਰ ਤੇ ਇੱਕ ਵਾਰੀ ਸਾਡੇ ਨਾਲ ਕੰਸਲਟ ਕਰਨ, ਜੋ ਸਾਡੀ ਵੈਲ ਟ੍ਰੇਨਡ ਸਟਾਫ ਵੱਲੋਂ ਤੁਹਾਨੂੰ ਪ੍ਰੋਪਰਲੀ ਅਸੀਂ ਕਾਉਂਸਲਿੰਗ ਫਾਈਨਲਾਈਜ਼ ਕਰਾਂਗੇ ਜੀ। ਸੋ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਕਿਰਨਦੀਪ ਗੱਲ ਕਰ ਰਹੀ ਹਾਂ ਮੈਂ ਮੋਗਾ ਤੋਂ। ਹਾਂਜੀ ਕਿਰਨਦੀਪ ਜੀ, ਕੀ ਸਵਾਲ ਹੈ? ਮੈਮ ਗ੍ਰੈਜੂਏਸ਼ਨ ਕੀਤੀ ਹੈ ਮੈਂ 2018 ਦੇ ਵਿੱਚ। ਹਾਂਜੀ। ਉਸ ਤੋਂ ਬਾਅਦ ਮੈਂ 19 ਦੇ ਵਿੱਚ ਕੈਨੇਡਾ ਦੀ ਅਪਲਾਈ ਕੀਤਾ ਸੀ, ਮੇਰੇ ਉਦੋਂ 6 ਬੈਂਡ ਸੀ, 1 ਚੋਂ 5.5। ਅੱਛਾ ਜੀ। ਰਿਫਿਊਜ਼ ਹੋ ਗਿਆ ਸੀ, ਹੁਣ ਮੈਂ ਦੁਬਾਰਾ ਆਇਲਸ ਕੀਤੀ ਹੈ ਮੈਮ। ਓਕੇ। ਤੇ ਮੇਰੇ ਦੁਬਾਰਾ ਮੈਮ 6.5 ਹੈ ਓਵਰਆਲ ਤਾਂ, ਪਰ ਇੱਕ ਮੋਡਿਊਲ ਚੋਂ 5.5 ਨੇ। ਓਕੇ। ਮੈਂ ਪੁੱਛਣਾ ਸੀ ਮੈਮ ਕੈਨੇਡਾ ਕਰ ਸਕਦੀ ਹਾਂ ਦੁਬਾਰਾ ਮੈਂ? ਜੀ ਜੀ ਬਿਲਕੁਲ ਕਿਰਨ, ਤੁਸੀਂ ਕੈਨੇਡਾ ਦੁਆਰਾ ਰੀਅਪਲਾਈ ਕਰ ਸਕਦੇ ਹੋ। ਦੇਖੋ ਕਿਰਨ, ਕੱਲਾ ਤੁਹਾਡਾ ਨਹੀਂ ਇਹੀ ਸਵਾਲ ਹੈਗਾ ਕਿ ਮੇਰੇ 1 ਚੋਂ 5.5 ਹੈ, ਮੈਂ ਕੈਨੇਡਾ ਅਪਲਾਈ ਕਰਾਂ ਜਾਂ ਨਹੀਂ ਕਰਾਂ। ਐਕਚੁਅਲੀ ਅਸੀਂ ਡੇਲੀ ਇੱਕ ਚੀਜ਼ ਹੀ ਐਕਸਪੀਰੀਅੰਸ ਕਰਦੇ ਹਾਂ ਕਿ ਜਦੋਂ ਬੱਚੇ ਦੇ 1 ਚੋਂ 5.5 ਜਾਂ 2 ਚੋਂ 5.5 ਰਹਿ ਜਾਂਦੇ ਆ, ਬੱਚਾ ਵਰੀਡ ਹੁੰਦਾ ਕਿ ਕਿਆ ਮੇਰਾ ਵੀਜ਼ਾ ਆਊਗਾ ਜਾਂ ਨਹੀਂ ਆਊਗਾ। ਦੇਖੋ ਐਕਚੁਅਲੀ ਕੀ ਹੈਗਾ, ਇੱਕ ਚੀਜ਼ ਨੂੰ ਨੋਟ ਕਰੋ,
ਆਈਲੈਟਸ ਨੇ ਤੁਹਾਨੂੰ ਵੀਜ਼ਾ ਨਹੀਂ ਦੇਣਾ, ਇਸ ਚੀਜ਼ ਨੇ ਤੁਹਾਨੂੰ ਸਿਲੈਕਸ਼ਨ ਕ੍ਰਾਈਟੇਰੀਆ ਦੇਣਾ ਹੈ ਕਿ ਲਾਈਕ ਵਟ ਕਿ ਤੁਸੀਂ ਇਸ ਪਰਸੈਂਟੇਜ ਦੇ ਨਾਲ, ਇਸ ਬੈਂਡ ਸਕੋਰ ਦੇ ਨਾਲ ਕਿਸ ਪ੍ਰੋਗਰਾਮ ਨੂੰ ਅਚੀਵ ਕਰ ਰਹੇ ਹੋ। ਹੁਣ ਐਕਚੁਅਲੀ ਕੀ ਹੈਗਾ, ਜਿਵੇਂ ਤੁਹਾਡੇ 105 ਹੈ, ਇਹਦੇ ਵਿੱਚ ਤੁਹਾਡੀ ਜੋ ਕਹ ਲਓ ਕਿ ਵੀਜ਼ਾ ਦੀ ਬੈਕਬੋਨ ਰਹੂਗੀ, ਉਹ ਤੁਹਾਡੀ ਰਹੂਗੀ ਐਸਓਪੀ, ਤੁਹਾਡੀ ਵੇ ਟੂ ਰਿਪਰੈਜ਼ੈਂਟ ਦਾ ਫਾਈਲ, ਤੁਹਾਡੇ ਏਜੰਟ ਦਾ ਕਹ ਲਓ ਕਿ ਸ਼ਾਰਪ ਮਾਈਂਡ ਕਿ ਉਹਨੇ ਤੁਹਾਨੂੰ ਕੋਰਸ ਕਿਹੜਾ ਲਿਆ ਕੇ ਦਿੱਤਾ ਹੈ, ਤੁਹਾਡੇ ਫਾਈਨੈਂਸ਼ੀਅਲਸ ਕਿਵੇਂ ਦੇ ਆ। ਐਸਓਪੀ ਦੇਖੋ ਮੈਮ, ਇੱਕ ਐਸਓਪੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਹੁਣ ਇਸ ਟੌਪਿਕ ਤੇ ਮੈਂ ਕਹਿਣਾ ਚਾਹੂੰਗਾ ਵਾਈਐਸ ਕਿ ਸੈਟਲਿੰਗ ਅਬਰੋਡ ਹੀ ਕਿਉਂ। ਬਿਲਕੁਲ ਐਕਚੁਅਲੀ ਕੀ ਹੈਗਾ ਕੰਸਰਨ ਕਿ ਜੋ ਵੀ ਸਾਡੀ ਫਾਈਲ ਦੀ ਰਿਪਰੈਜ਼ੈਂਟੇਸ਼ਨ ਹੈ ਬਾਏ ਦਾ ਲਾਇਰ ਪੈਨਲ ਕਰਦੇ ਆ, ਤਾਂ ਜੋ ਵੀਜ਼ਾ ਦੇ ਵਿੱਚ ਜੋ ਵੀ ਕਿਸੇ ਚੀਜ਼ ਦੀ ਅਸੀਂ ਇੱਕ ਰਿਸਕ ਫੈਕਟਰ ਆਰ ਫੈਕਟਰ ਤੇ ਨਹੀਂ ਖੇਲਦੇ, ਅਸੀਂ ਬੱਚੇ ਦੇ ਕੈਰੀਅਰ ਨੂੰ ਖੇਲਦੇ ਆ। ਬਿਕੋਜ਼ ਵਾਂਸ ਯੂ ਗੈਟ ਦਾ ਵੀਜ਼ਾ ਯੂ ਆਰ ਆਫਰਿੰਗ ਮੀ ਅ ਨੰਬਰ ਆਫ ਕਲਾਇੰਟ, ਸੋ ਦੈਟਸ ਵਾਈ ਇਸ ਪ੍ਰੋਫਾਈਲ ਤੇ ਅਸੀਂ ਵੀਜ਼ਾ ਕੱਢ ਦਾਂਗੇ ਪ੍ਰੋਪਰਲੀ। ਪਰ ਲੇਕਿਨ ਕੰਸਰਨ ਕੀ ਹੈ ਕਿ ਆਫਟਰ 18 ਟੂ ਟਿਲ ਨਾਓ ਤੱਕ ਦੀ ਤੁਹਾਨੂੰ ਪ੍ਰੋਪਰਲੀ ਜਸਟੀਫਿਕੇਸ਼ਨ ਦੇਣੀ ਪਊਗੀ ਕੀ ਕੀਤਾ ਕੀ ਨਹੀਂ ਕੀਤਾ। ਬਾਕੀ ਮੈਮ ਆਰਾਮ ਨਾਲ ਤੁਹਾਨੂੰ ਕੈਨੇਡਾ ਵੈਲਕਮ ਕਰ ਰਿਹਾ। ਤੁਸੀਂ ਬੇਸਿਕਲੀ ਰਿਕਮੈਂਡ ਕਰੋ ਕਿ ਪਬਲਿਕ ਕਾਲਜ ਲਵੋ, GIC ਪੇ ਕਰੋ, ਸਾਲ ਦੀ ਫੀਸ ਪੇ ਕਰੋ, ਆਰਾਮ ਨਾਲ ਤੁਹਾਡਾ ਕੈਨੇਡਾ ਦਾ ਵੀਜ਼ਾ ਅਚੀਵ ਹੋਊਗਾ। ਜੀ ਜੀ ਬਿਲਕੁਲ। ਤੇ ਬਾਕੀ ਦਰਸ਼ਕਾਂ ਦੇ ਵੀ ਅਗਰ ਸਵਾਲ ਹੋਣ ਤਾਂ ਸਕਰੀਨ ਤੇ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਤੁਸੀਂ ਜ਼ਰੂਰ ਪੁੱਛ ਸਕਦੇ ਹੋ। ਤੇ ਜੇਕਰ ਤੁਸੀਂ ਸੈਟਲਿੰਗ ਅਬਰੋਡ ਦੇ ਆਫਿਸ ਜਾ ਕੇ ਜੋ ਹੈ ਆਪਣੇ ਡਾਕੂਮੈਂਟਸ ਦਿਖਾ ਕੇ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਮੁਹਾਲੀ ਵਿੱਚ 3B2 ਦੇ ਵਿੱਚ ਇਹਨਾਂ ਦਾ ਆਫਿਸ ਹੈ, ਤਾਂ ਤੁਸੀਂ ਉੱਥੇ ਆਪਣੇ ਡਾਕੂਮੈਂਟਸ ਲੈ ਕੇ ਵੀ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਸਹੀ ਤਰੀਕੇ ਨਾਲ ਅਸੈਸਮੈਂਟ ਕਰਕੇ ਤੁਹਾਨੂੰ ਪਤਾ ਚੱਲ ਸਕੇ ਕਿ ਕਿਵੇਂ ਤੁਸੀਂ ਸਹੀ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ। ਇੱਥੇ ਮੈਂ ਇਹ ਵੀ ਜਾਣਨਾ ਚਾਹੂੰਗੀ, ਲਾਈਕ ਆਪਾਂ ਗੱਲ ਕੀਤੀ ਜਦੋਂ ਪਹਿਲਾਂ ਦੇ ਰਿਫਿਊਜ਼ਲਸ ਦੀ ਗੱਲ ਕਰੀਏ, ਕੁਝ ਮਹੀਨੇ ਪਹਿਲਾਂ ਜਦੋਂ ਰਿਫਿਊਜ਼ਲਸ ਆਏ ਸੀ ਤਾਂ ਦੇਖਿਆ ਸੀ ਕਿ ਚੰਗੇ ਆਇਲ ਸਕੋਰ ਵਾਲੇ ਵੀ 7 ਬੈਂਡ ਵਾਲਿਆਂ ਤੱਕ ਦੇ ਵੀ ਜੋ ਹੈ ਰਿਫਿਊਜ਼ਲ ਆ ਗਏ ਸੀਗੇ। ਔਰ ਜ਼ਰੂਰੀ ਇੱਕ ਚੀਜ਼ ਇਹ ਹੈ ਕਿ ਸਟੂਡੈਂਟ ਕਿਤੇ ਨਾ ਕਿਤੇ ਆਪਣੇ ਆਇਲ ਸਕੋਰ ਨੂੰ ਲੈ ਕੇ ਓਵਰ ਕੌਨਫੀਡੈਂਟ ਵੀ ਹੋ ਜਾਂਦਾ ਹੈ, ਜਿਨ੍ਹਾਂ ਦੇ ਓਵਰਆਲ 7 ਬੈਂਡ ਆ ਜਾਂਦੇ ਨੇ, ਉਹਨਾਂ ਨੂੰ ਲੱਗਦਾ ਕਿ ਮੇਰਾ ਤਾਂ ਵੀਜ਼ਾ ਪੱਕਾ ਹੀ ਲੱਗਿਆ। ਤੇ ਇਹ ਸਵਾਲ ਨੂੰ ਮੈਂ ਜ਼ਰੂਰ ਕੰਟੀਨਿਊ ਕਰਾਂਗੀ। ਫਿਲਹਾਲ ਕਾਲਰ ਲਾਈਨ ਤੇ ਨੇ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਮੈਂ ਤਰਨਜੋਤ ਗੱਲ ਕਰ ਰਹੀ ਹਾਂ ਤਰਨਤਾਰਨ ਤੋਂ। ਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੇਰਾ ਸਵਾਲ ਇਹ ਹੈ ਕਿ ਮੈਂ ਗ੍ਰੈਜੂਏਸ਼ਨ ਮੈਮ 2017 ਚ ਕੰਪਲੀਟ ਕੀਤੀ ਸੀ, ਉਸ ਤੋਂ ਬਾਅਦ ਸਟਿਲ ਮੈਂ ਅੱਗੇ ਸਟੱਡੀ ਕੰਟੀਨਿਊ ਕੀਤੀ ਸੀ ਬਟ ਹੋਈ ਨਹੀਂ, ਤਾਂ ਮੇਰਾ ਗੈਪ ਹੀ ਆ ਹੈ ਨਾ। ਓਕੇ। ਲੇਟੈਸਟ ਜਿਹੜੇ ਮੇਰੇ ਬੈਂਡ ਸਕੋਰਸ ਨੇ ਓਵਰਆਲ 6 ਲੈਸ ਦੈਨ 5.5 ਇਨ 2 ਮੋਡਿਊਲਸ। ਓਕੇ, ਮੈਨੂੰ ਕਿਹੜੀ ਕੰਟਰੀ ਸੁਜੈਸਟ ਕਰ ਸਕਦੇ ਹੋ? ਮੈਂ ਤੁਹਾਡੇ ਪੁੱਛਣਾ ਚਾਹੁੰਦੀ ਹਾਂ। ਜੀ 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 ਬਿਲਕੁਲ ਤਰਨ, ਦੇਖੋ ਹੁਣ ਓਵਰਆਲ 6 ਹੈ, 2 ਤੋਂ 5.5 ਹੈ। ਦੇਖੋ ਹੁਣ ਐਕਚੁਅਲ ਵਿੱਚ ਜੇ ਤੁਸੀਂ ਖੁਦ ਮੇਰੇ ਤੋਂ ਪ੍ਰੈਫਰ ਕਰ ਰਹੇ ਹੋ ਕਿ ਤੁਸੀਂ ਕਿਹੜੀ ਕੰਟਰੀ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਬਹੁਤ ਅੱਛਾ ਲੱਗਾ। ਨਹੀਂ ਤਾਂ ਮੋਸਟ ਪ੍ਰੋਬਬਲੀ ਬੱਚਾ ਕਹਿੰਦਾ ਯਾਰ ਮੈਂ ਇਸੇ ਆਪਣੀ ਚਾਹੀਦਾ। ਦੇਖੋ ਐਕਚੁਅਲ 'ਚ ਕੀ ਹੈ, ਇਹਦੇ ਵਿੱਚ ਜੇ ਤੁਹਾਡੇ ਓਵਰਆਲ 6 ਹੈ, 2 ਤੋਂ 5.5 ਹੈ ਆਫਟਰ ਗ੍ਰੈਜੂਏਸ਼ਨ, ਤਾਂ ਫਸਟਲੀ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ UK, ਬਿਕੋਜ਼ ਕੀ ਚੀਜ਼ ਹੈਗੀ ਹੈ UK ਦੀ ਓਵਰਆਲ 6, 2 ਤੋਂ 5.5 ਦੇ ਉੱਤੇ ਵੀਜ਼ਾ ਰੇਸ਼ੋ ਅੱਛੀ ਹੈ। ਦੂਸਰਾ ਮੀਨਵਾਈਲ ਇਫ ਯੂ ਵਾਂਟ ਕਿ ਯਾਰ ਮੈਂ ਕੈਨੇਡਾ ਹੀ ਜਾਣਾ, ਤੇ ਦੈਨ ਮੈਂ ਤੁਹਾਨੂੰ ਟਰਾਈ ਆਊਟ ਕਰੂੰਗਾ ਕਿ ਤੁਸੀਂ ਸਿਰਫ ਯੂਨੀਵਰਸਿਟੀ ਨੂੰ ਅਪਰੋਚ ਕਰੋ, ਬਿਕੋਜ਼ ਤੁਹਾਡੀ ਇਸ ਪ੍ਰੋਫਾਈਲ ਦਾ ਯੂਨੀਵਰਸਿਟੀ ਤੇ ਵੀਜ਼ਾ ਨਿਕਲੂਗਾ। ਹੁਣ ਯੂਨੀਵਰਸਿਟੀ ਮੇਰੇ ਕਹਿਣ ਦਾ ਮਕਸਦ ਕਿਉਂ ਹੈ, ਕਿਉਂਕਿ ਯੂਨੀਵਰਸਿਟੀ ਮੀਨਸ ਕਿ ਬੱਚਾ ਪੜਨ ਜਾ ਰਿਹਾ, ਕਿਉਂਕਿ ਤੁਸੀਂ ਮਾਸਟਰ ਡਿਗਰੀ ਪ੍ਰੋਗਰਾਮ ਨੂੰ ਅਪਰੋਚ ਕਰੋਗੇ ਤੇ ਵੀਜ਼ਾ ਆਊਗਾ। ਤੀਸਰਾ ਮੈਂ ਤੁਹਾਨੂੰ ਇਸ ਪ੍ਰੋਫਾਈਲ ਤੇ ਕਰਨਾ ਚਾਹੂੰਗਾ ਸ਼ੈਨਿਗਨ ਸਾਈਡ, ਯੂਰਪ ਸਾਈਡ। ਇਹ ਨਹੀਂ ਹੈਗਾ ਕਿ ਆਪਾਂ ਸਿਰਫ ਆਪਣੀ ਲਾਈਫ ਸੈਟਲ ਜਿਹੜੀ ਹੈਗੀ ਹੈ ਕੈਨੇਡਾ ਆਸਟ੍ਰੇਲੀਆ ਹੀ ਕਰ ਸਕਦੇ ਆ। ਇਹ ਮੈਂ ਹਰ ਵਾਰ ਹਰ ਇੱਕ ਸ਼ੋਅ 'ਚ ਅਸੀਂ ਕਿਹ ਚੀਜ਼ ਕਹਿੰਦੇ ਆ ਕਿ ਇਕੱਲਾ ਤੁਸੀਂ ਕੈਨੇਡਾ ਵਿੱਚ ਲਾਈਫ ਨਹੀਂ ਸੈਟਲ ਕਰ ਸਕਦੇ। ਹੇਅਰਸ ਅ ਨੰਬਰ ਆਫ ਆਪਸ਼ਨਸ ਇਨ ਦਾ ਯੂਰਪ 'ਚ, ਸ਼ੈਨਿਗਨ ਦੇ ਵਿੱਚ ਜਿਹੜੀ ਅੱਛੀ ਕੰਟਰੀਜ਼ ਹੈਗੀਆਂ ਤੁਸੀਂ ਇਹ 'ਚ ਅਚੀਵ ਕਰ ਸਕਦੇ ਹੋ। ਬਾਕੀ ਜੇ ਤੁਸੀਂ ਇੱਕ ਵਾਰੀ ਤੁਸੀਂ ਸਾਡੇ ਦਿੱਤੇ ਗਏ ਨੰਬਰ ਦੇ ਕੋਈ ਡਾਕੂਮੈਂਟੇਸ਼ਨਸ ਭੇਜ ਦਿਓ, ਬਾਕੀ ਤੁਹਾਨੂੰ ਅਸੀਂ ਜੋ ਸਾਡਾ ਸਟਾਫ ਹੈਗਾ ਐਡਮਿਸ਼ਨ ਸਟਾਫ, ਉਹ ਪ੍ਰੋਪਰਲੀ ਤੁਹਾਡੀ ਪ੍ਰੋਫਾਈਲ ਨੂੰ ਅਸੈਸ ਕਰਕੇ ਜੋ ਤੁਹਾਡੀ ਕੰਟਰੀ ਹੋਏਗੀ ਜਿਸ 'ਚ ਵੀਜ਼ਾ ਚਾਂਸਿਸ ਸਾਡੇ ਜ਼ਿਆਦਾ ਹੋਣਗੇ, ਅਸੀਂ ਮੈਂ ਉਹ ਕੰਟਰੀ ਤੁਹਾਨੂੰ ਰਿਕਮੈਂਡ ਕਰੂੰਗਾ। ਜੀ ਜੀ ਬਿਲਕੁਲ, ਆਪਾਂ ਹੋਰ ਕੰਟਰੀਜ਼ ਦੀ ਵੀ ਗੱਲ ਜ਼ਰੂਰ ਕਰਾਂਗੇ, ਪਰ ਮੈਂ ਕੈਨੇਡਾ ਦਾ ਜਿਹੜਾ ਪੁਆਇੰਟ ਜਿਸ ਗੱਲ ਤੇ ਆਪਾਂ ਗੱਲ ਕਰ ਰਹੇ ਸੀ ਕਿ ਆਇਲਸ ਵਿੱਚ ਚੰਗਾ ਸਕੋਰ ਹੋਣਾ ਹੀ ਸਿਰਫ ਇੱਕ ਕੈਨੇਡਾ ਦਾ ਵੀਜ਼ਾ ਨਹੀਂ ਤੁਹਾਡਾ ਲੱਗ ਜਾਂਦਾ। ਇਸ ਨੂੰ ਲੈ ਕੇ ਵੀ ਮੈਂ ਜ਼ਰੂਰ ਚਾਹੂੰਗੀ, ਤੁਹਾਡੇ ਕੋਲ ਕਈ ਤਰ੍ਹਾਂ ਦੇ ਸਟੂਡੈਂਟਸ ਆਉਂਦੇ ਨੇ, ਉਹਨਾਂ ਦਾ ਮੇਨ ਫੋਕਸ ਕਿਸ ਚੀਜ਼ ਤੇ ਹੁੰਦਾ ਹੈ? ਕਾਲਰ ਲੈ ਲਈ ਲਾਈਨ ਤੇ ਨੇ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੇਰਾ ਨਾਮ ਗੁਰਨੀਤ ਹੈ, ਮੇਰੇ 4.5 ਬੈਂਡਸ ਨੇ। ਓਕੇ, 5.5 ਬੈਂਡਸ ਨੇ ਓਵਰਆਲ ਜੀ। ਤੇ ਮੈਨੂੰ ਆਇਲਸ ਕੀਤੇ ਮੈਮ ਇੱਕ ਸਾਲ ਅਪਰੋਕਸੀਮੇਟ ਮੈਂ ਰੀਸੈਂਟ ਆਇਲਸ ਕੀਤਾ ਤੇ ਆਫਟਰ 12th। ਓਕੇ, ਤੇ ਮੈਮ ਮੈਨੂੰ ਕਿਹੜਾ ਕਾਲਜ ਮਿਲ ਸਕਦਾ ਹੈ? ਜੀ ਤੁਹਾਡੀ ਪਰਸੈਂਟੇਜ ਕਿੰਨੀ ਹੈ +2 ਵਿੱਚ? 72। ਕੰਟਰੀ ਕਿਹੜੀ ਕਰਨਾ ਚਾਹੁੰਦੇ ਹੋ? ਕੈਨੇਡਾ। ਜੀ
ਜੀ ਬਿਲਕੁਲ ਡੀਅਰ, ਮੈਂ ਤੁਹਾਨੂੰ ਕੈਨੇਡਾ ਇਸ ਪ੍ਰੋਫਾਈਲ ਤੇ ਰਿਸਕ ਨਹੀਂ ਲੈਣਾ ਚਾਹੁੰਦਾ। 1 ਚੋਂ 4.5 ਹੈਗੇ ਆ, ਸੋ ਇਹਦੇ ਵਿੱਚ ਤੁਹਾਡੇ ਵੀਜ਼ਾ ਚਾਂਸਿਸ ਨਹੀਂ ਹੋਣਗੇ। ਹਾਂ, ਬਾਕੀ ਤੁਸੀਂ ਜੇ ਕੈਨੇਡਾ ਹੀ ਕਰਨਾ ਚਾਹੁੰਦੇ ਹੋ, ਜਿੱਦਾਂ ਤੁਸੀਂ 2020 ਪਾਸ ਆਊਟ, ਜੇ ਤੁਹਾਡੇ ਪਰਸੈਂਟੇਜ ਅੱਛੀ ਹੈਗੀ ਹੈ ਤੇ ਵਿਦਆਊਟ ਆਈਲੈਟਸ ਮੇ ਵੀ ਆਪਾਂ ਟਰਾਈ ਕਰ ਸਕਦੇ ਹਾਂ ਜੇ ਤੁਹਾਡੀ ਇੰਗਲਿਸ਼ ਪਰਸੈਂਟੇਜ ਅੱਛੀ ਹੈ MOL ਔਰ ਬੇਸ ਤੇ। ਪਰ ਲੇਕਿਨ ਤੁਸੀਂ ਕੈਨੇਡਾ ਨਾ ਕਰੋ। ਮੀਨਵਾਈਲ ਜਾਂ ਤੁਸੀਂ ਇੱਕ ਵਾਰੀ ਆਈਲੈਟਸ ਦਾ ਰੀਟੇਕ ਕਰ ਲਓ ਜੇ ਕੈਨੇਡਾ ਹੀ ਜਾਣਾ ਚਾਹੁੰਦੇ ਹੋ। ਅਦਰਵਾਈਜ਼ ਵਿਦਆਊਟ ਆਈਲੈਟਸ ਤੁਹਾਡੇ ਕੋਲ UK ਦੇ ਆਪਸ਼ਨਸ ਹੈਗੇ ਆ, USA ਦੇ ਆਪਸ਼ਨਸ ਹੈਗੇ ਆ, ਤੁਸੀਂ ਅਚੀਵ ਕਰੋ। ਖਾਮਖਾ ਇਵੇਂ ਆਪਣੀ ਪ੍ਰੋਫਾਈਲ ਤੇ ਇੱਕ ਰਿਫਿਊਜ਼ਲ ਲਗਾ ਕੇ ਬਹਿ ਜਾਓਗੇ, ਵੇਸਟੇਜ ਆਫ ਮਨੀ, ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ। ਸੋ ਮੈਂ ਤੁਹਾਨੂੰ ਪਰਸਨਲੀ ਇੱਕ ਰਿਕਮੈਂਡ ਕਰਦਾ, ਜੇ ਤੁਸੀਂ ਕੈਨੇਡਾ ਹੀ ਕਰਨਾ ਚਾਹੁੰਦੇ ਹੋ ਤੇ ਇੱਕ ਵਾਰੀ ਆਈਲੈਟਸ ਦਾ ਰੀਟੇਕ ਕਰ ਲਓ। 6 ਈਚ ਨਹੀਂ ਵੀ ਆਉਂਦੇ ਤੇ 1 ਚੋਂ 5.5, 2 ਚੋਂ 5.5 ਰੀਸੈਂਟ ਪਾਸ ਆਊਟ ਹੋ ਤੁਸੀਂ, ਤੁਹਾਡਾ ਵੀਜ਼ਾ ਨਿਕਲ ਆਊਗਾ। ਜੀ ਬਿਲਕੁਲ। ਤੇ ਮੈਂ ਜੋ ਸਵਾਲ ਵਿੱਚ ਰਹਿ ਗਿਆ ਫਿਰ ਤੋਂ ਕਿ ਸਟੂਡੈਂਟਸ ਦੀ ਰਿਕੁਆਇਰਮੈਂਟ ਤੁਹਾਡੇ ਕੋਲ ਕੀ ਹੁੰਦੀ ਸਭ ਤੋਂ ਪਹਿਲਾਂ ਜਦੋਂ ਕੋਈ ਪਹੁੰਚਦਾ? ਦੇਖੋ, ਮੈਂ ਐਕਚੁਅਲੀ ਤੁਹਾਡੀ ਗੱਲ ਬਿਲਕੁਲ ਕਲੀਅਰ ਹੈ ਕਿ ਬੈਂਡ ਸਕੋਰ ਦੇ ਨਾਲ ਬੱਚਾ ਓਵਰ ਕੌਨਫੀਡੈਂਟ ਹੋ ਜਾਂਦਾ ਹੈ। ਹੁਣ ਐਕਚੁਅਲ ਚ ਕਰੈਕਸ ਕੀ ਹੈ ਕਿ ਕੱਲਾ ਬੈਂਡ ਸਕੋਰ ਲੈ ਕੇ, ਪਰਸੈਂਟੇਜ ਲੈ ਕੇ ਤੁਸੀਂ ਹਾਈ ਕਮਿਸ਼ਨ ਤੋਂ ਵੀਜ਼ਾ ਨਹੀਂ ਲੈ ਸਕਦੇ। ਬਿਲਕੁਲ। ਹੇਅਰਸ ਦ ਨੰਬਰ ਆਫ ਵੇਜ਼। ਫਰਸਟ ਵਨ ਕਿ ਤੁਹਾਡੇ ਫਾਈਨੈਂਸ਼ੀਅਲਸ, ਕਿ ਤੁਹਾਡੀ ਸੋਰਸ ਆਫ ਇਨਕਮ ਕਿਵੇਂ ਦੀ ਹੈ, ਕਿ ਵਾਕਈ ਵੀਜ਼ਾ ਆਫਿਸਰ ਨੂੰ ਚੀਜ਼ ਜਸਟੀਫਾਈ ਹੋਈ ਹੈ ਕਿ ਕੱਲ ਨੂੰ ਜੇ ਤੁਹਾਨੂੰ ਅਸੀਂ ਉਹਨਾਂ ਦਾ ਵੀਜ਼ਾ ਦਿੰਦੇ ਆ ਤੁਸੀਂ ਉਸ ਕੰਟਰੀ 'ਚ ਸਰਵਾਈਵ ਕਰ ਸਕਦੇ ਹੋ। ਦੂਸਰਾ ਹੁੰਦਾ ਤੁਹਾਡੀ ਕੋਰਸ ਦੀ ਰੈਲੀਵੈਂਸੀ, ਕਿ ਲਾਈਕ ਵਟ ਜੋ ਤੁਸੀਂ ਕੋਰਸ ਚੂਜ਼ ਕੀਤਾ ਹੈ ਉਹ ਤੁਹਾਡੇ ਨਾਲ ਰੈਲੀਵੈਂਟ ਕਿੰਨਾ ਕੁ ਹੈ, ਕਿਤੇ ਆਊਟ ਆਫ ਟਰੈਕ ਤਾਂ ਨਹੀਂ ਚੂਜ਼ ਕੀਤਾ। ਥਰਡ ਆਉਂਦੀ ਹੈ ਮੇਨ ਤੁਹਾਡੀ SOP, ਜੋ ਤੁਹਾਡਾ ਕਹਿ ਲਓ ਕਿ 95% ਵੀਜ਼ਾ ਦੀ ਬੈਕਬੋਨ ਆ ਤੁਹਾਡੀ SOP, ਵੇ ਟੂ ਰਿਪਰੈਜ਼ੈਂਟ ਦਾ ਫਾਈਲ, ਪਰਪਸ ਆਫ ਯੂਰ ਵਿਜ਼ਿਟਿੰਗ, ਕਿ ਤੁਹਾਡੇ ਏਜੰਟ ਨੇ ਕਿੰਨੇ ਕੁ ਐਫਰਟਸ ਲਗਾਇਆ ਤੁਹਾਡੀ SOP ਦੇ ਉੱਤੇ। ਦੇਖੋ, ਐਕਚੁਅਲੀ SOP ਕੀ ਚੀਜ਼ ਹੈ? ਬਰੀਫ ਸਮਰੀ ਆਫ ਯੂਰ ਆਲ ਡਾਕਸ, ਕਿ ਜੋ ਤੁਸੀਂ ਡਾਕੂਮੈਂਟੇਸ਼ਨ ਹਾਈ ਕਮਿਸ਼ਨ ਚ ਅਪਲੋਡ ਕਰ ਰਹੇ ਹੋ, ਕਿਆ ਉਹਦੀ ਬਰੀਫ ਸਮਰੀ ਵੀਜ਼ਾ ਆਫਿਸਰ ਨੂੰ ਜਸਟੀਫਾਈਏਬਲ ਹੈ ਜਾਂ ਨਹੀਂ ਹੈ। ਹੁਣ ਜੋ ਵੀ ਅਸੀਂ SOP ਆ, ਅਸੀਂ ਬਾਏ ਦਾ ਲਾਇਰ ਪੈਨਲ ਰੈਡੀ ਕਰਾਉਂਦੇ ਆ, ਜੋ ਇਮੀਗ੍ਰੇਸ਼ਨ ਟਰਮਸ ਦੇ ਵਿੱਚ, ਕੰਟੈਂਟ ਰਾਈਟਰ ਟਰਮ ਦੇ ਵਿੱਚ ਹੁੰਦੀ ਹੈ, ਕਿ ਜਿਹਦੇ ਨਾਲ ਜਿਹੜੀ ਆਪਣੀ ਕਹਿ ਲਓ ਕਿ ਵੀਜ਼ਾ ਆਫਿਸਰ ਬਾਏ ਦਾ ਐਟ ਦੈਟ ਮੂਮੈਂਟ ਵਨ ਸਾਈਡ 'ਚ ਵੀਜ਼ਾ ਆਪਾਂ ਨੂੰ ਗ੍ਰਾਂਟ ਕਰਦਾ, ਕਿ ਵਾਕਈ ਹੀ ਟੈਕਨੀਕਲੀ ਵਰਡਸ, ਸਰਵਾਈਵਲ ਪਲੱਸ ਜੋ ਫੰਕਸ਼ਨਲ ਹੁੰਦਾ PR ਤੱਕ ਦਾ ਕਨਸੈਪਟ ਹੈ, ਉਹ SOP ਦੇ ਵਿੱਚ ਕਲੀਅਰ ਆਊਟ ਹੁੰਦਾ ਹੈ। ਸੋ ਇਹ ਚੀਜ਼ਾਂ ਸਾਰੀਆਂ ਮੈਟਰ ਆਊਟ ਕਰਦੀਆਂ ਫॉर योर ਵੀਜ਼ਾ। ਜੀ ਬਿਲਕੁਲ। ਤੇ ਅਗਰ ਆਸਟ੍ਰੇਲੀਆ ਦੀ ਵੀ ਗੱਲ ਕਰ ਲਈ ਕਿ ਜੋ ਬਾਰਡਰ ਓਪਨ ਕਰਨ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਤਾਂ ਉਸ ਨੂੰ ਲੈ ਕੇ ਕੀ ਸਟੂਡੈਂਟਸ ਇੱਕ ਵਾਰ ਫਿਰ ਤੋਂ ਰੁਝਾਨ ਉਧਰ ਵੱਧਦਾ ਦਿਖ ਰਿਹਾ? ਕਿਉਂਕਿ ਪਹਿਲਾਂ ਵਿੱਚ ਜਿਹੜੇ ਸਟੂਡੈਂਟਸ ਆਸਟ੍ਰੇਲੀਆ ਜਾਣਾ ਚਾਹੁੰਦੇ ਸੀ, ਡਿਸੀਜਨ ਨਹੀਂ ਲੈ ਪਾ ਰਹੇ ਸੀ ਕਿ ਅਸੀਂ ਕੀ ਕਰੀਏ, ਅਪਲਾਈ ਕਰੀਏ ਕਿ ਰੁਕ ਜਾਈਏ। ਪਰ ਹੁਣ ਜਿਵੇਂ ਕਿ ਅਨਾਉਂਸ ਹੋ ਚੁੱਕਿਆ ਹੈ ਕਿ ਆਸਟ੍ਰੇਲੀਆ ਨੇ ਓਪਨ ਕਰ ਦਿੱਤੇ ਨੇ ਆਪਣੇ ਬਾਰਡਰ, ਇਨਵਾਈਟ ਕਰ ਰਹੇ ਨੇ ਸਟੂਡੈਂਟਸ ਨੂੰ। ਦੇਖੋ, ਐਕਚੁਅਲੀ ਕੀ ਹੈ, ਆਸਟ੍ਰੇਲੀਆ ਵਾਕਈ ਹੀ ਬਹੁਤ ਬੱਚਿਆਂ ਦਾ ਡ੍ਰੀਮ ਡੈਸਟੀਨੇਸ਼ਨ ਸੀ। ਹੁਣ ਆਪਣੇ ਕੋਲ ਨਾ ਦੋ ਤਰ੍ਹਾਂ ਦੇ ਸਟੂਡੈਂਟ ਹੁੰਦੇ ਆ ਕਿ ਯਾਰ ਕਿਤੇ ਵੀ ਹੋ ਜਾਏ, ਚਾਹੇ ਕੈਨੇਡਾ ਹੋ ਜਾਏ ਜਾਂ ਆਸਟ੍ਰੇਲੀਆ ਹੋ ਜਾਏ। ਕੁਝ ਬੱਚੇ ਸਟਿਕ ਟੂ ਦਾ ਵਨ ਕੰਟਰੀ, ਯਾਰ ਮੈਂ ਜਾਣਾ ਹੀ ਆਸਟ੍ਰੇਲੀਆ, ਚਾਹੇ ਅੱਜ ਖੁੱਲੇ ਚਾਹੇ 2025 ਚ ਖੁੱਲੇ। ਉਹ ਬੱਚਿਆਂ ਦੇ ਲਈ ਕਾਫੀ ਇੱਕ ਕਹ ਲਓ ਕਿ ਰਾਹਤ ਭਰਾ ਸਮਾਂ ਆ ਗਿਆ ਕਿ ਆਸਟ੍ਰੇਲੀਆ ਨੇ ਬਾਰਡਰਸ ਓਪਨ ਕਰ ਦਿੱਤੇ ਆ, ਔਰ ਬਾਈ ਡਿਫਾਲਟ ਹੀ ਹੈ ਜੋ ਆਸਟ੍ਰੇਲੀਆ ਦੇ ਟੂਵਰਡਸ ਕਰਾਊਡ ਸੀ ਉਹ ਦੁਬਾਰਾ ਤੋਂ ਇਨਕਰੀਜ਼ ਹੋ ਗਿਆ। ਬਾਕੀ ਜਿਹੜੇ ਬੱਚਿਆਂ ਨੇ ਅਪਲਾਈ ਕੀਤਾ ਸੀ, ਵੀਜ਼ਾ ਆ ਗਿਆ ਸੀ, ਉਹ ਜਾ ਸਕਦੇ ਆ। ਹੁਣ ਆਸਟ੍ਰੇਲੀਆ ਦੇ ਜਿਹੜੇ ਬਾਰਡਰਸ ਰੀਓਪਨ ਹੋਇਆ ਉਹਦਾ ਅਪਡੇਟ ਕੀ ਹੈਗਾ ਕਿ ਆਸਟ੍ਰੇਲੀਆ ਕਹਿੰਦਾ ਕਿ ਤੁਸੀਂ ਮੇਰੇ ਕੋ 19th ਆਫ ਨਵੰਬਰ ਤੋਂ ਬਾਅਦ, ਦੇਖੋ ਆਸਟ੍ਰੇਲੀਆ ਜੋ, ਮੈਂ ਇਸ ਚੀਜ਼ ਨੂੰ ਮੈਂ ਫਿਰ ਤੋਂ ਦੁਬਾਰਾ ਰਿਪੀਟ ਕਰਦਾ, ਜੋ ਆਸਟ੍ਰੇਲੀਆ ਦਾ ਕੰਸਰਨ ਹੈ ਉਹ ਆਸਟ੍ਰੇਲੀਆ ਦੇ ਆਰ ਬਿਲੀਵ ਔਨ ਦਾ ਲਿਬਰਲਿਜ਼ਮ। ਐਕਚੁਅਲੀ ਕੀ ਉੱਥੇ ਕਿ ਇੱਕ ਸਟੇਟ ਵੀ ਅਨਾਉਂਸ ਕਰ ਸਕਦੀ ਹੈ ਕਿ ਤੁਸੀਂ ਮੇਰੇ ਕੋ ਆ ਜਾਓ। ਸੇਮ ਐਸ ਸੱਚ ਵਿਕਟੋਰੀਆ ਨੇ ਕਿਹਾ ਕਿ ਆਫਟਰ 19th ਆਫ ਨਵੰਬਰ ਤੁਸੀਂ ਸਾਡੇ ਕੋਲ ਟਰੈਵਲ ਕਰ ਸਕਦੇ ਹੋ, ਪਰ ਲੇਕਿਨ ਉਹਦੀ ਟਰਮਸ ਐਂਡ ਕੰਡੀਸ਼ਨ ਕੀ ਹੈ ਕਿ ਯੂ ਆਰ ਫੁੱਲੀ ਵੈਕਸੀਨੇਟਿਡ। ਜੇ ਤੁਸੀਂ ਫੁੱਲੀ ਵੈਕਸੀਨੇਟਿਡ ਹੋ, ਤੁਸੀਂ ਟੈਸਟ ਪਾਸ ਕਰ ਲੈਂਦੇ ਹੋ, ਨੈਗੇਟਿਵ ਰਿਪੋਰਟ ਆਉਂਦੀ ਹੈ ਤੁਹਾਡੀ, ਯੂ ਡੋਂਟ ਨੀਡ ਟੂ ਬੀ ਕੁਆਰੰਟਾਈਨ, ਤੁਸੀਂ ਕੁਆਰੰਟਾਈਨ ਨਹੀਂ ਹੋਵੋਗੇ। ਔਰ ਦੂਸਰਾ ਇੱਕ ਕਨਸੈਪਟ ਕੀ ਹੈਗਾ ਹੁੰਦਾ ਕਿ ਕੋਈ ਵੀ ਬੱਚਾ ਆ ਰਿਹਾ ਜੋ ਉਹਨਾਂ ਨੇ ਮਦਰ ਪਾਇਲਟ ਗਰਾਊਂਡ ਤਿਆਰ ਕੀਤਾ, ਉਹ ਨਿਊ ਸਾਊਥ ਵੇਲਜ਼ ਨੂੰ, ਸਿਡਨੀ ਨੂੰ ਕੀਤਾ ਕਿ ਕੋਈ ਵੀ ਬੱਚਾ ਜੇ ਐਡੀਲੇਡ ਜਾਂਦਾ ਹੈ, ਬ੍ਰਿਸਬੇਨ ਜਾਂਦਾ, ਫਰਸਟਲੀ ਦੇ ਹੈਵ ਟੂ ਬੀ ਕੁਆਰੰਟਾਈਨ ਇਨ ਨਿਊ ਸਾਊਥ ਵੇਲਜ਼। ਉਹ ਸਿਡਨੀ ਕੁਆਰੰਟਾਈਨ ਕਰੂਗਾ, ਉੱਥੋਂ ਆਈਸੋਲੇਸ਼ਨ ਤੋਂ ਬਾਅਦ ਜੋ ਐਗਜ਼ੈਕਟ ਉਹਦੀ ਡੈਸਟੀਨੇਸ਼ਨ ਸੀ, ਕਾਲਜ ਸੀ, ਯੂਨੀਵਰਸਿਟੀ ਸੀ, ਉੱਥੇ ਜਾ ਸਕਦਾ। ਜੀ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹੈਲੋ, ਹਾਂਜੀ ਮਨਪ੍ਰੀਤ ਗੱਲ ਕਰ ਰਹੀ ਹਾਂ ਜੀ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਮ ਐਕਚੁਅਲੀ ਮੈਂ ਆਸਟ੍ਰੇਲੀਆ ਦੇ ਲਈ ਪੁੱਛਣਾ ਸੀਗਾ ਮੈਂ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ। ਮੈਂ +2 ਕਰੀ ਹੈ 2019 ਦੇ ਵਿੱਚ। ਓਕੇ ਜੀ, ਪਰਸੈਂਟੇਜ ਕਿੰਨੀ ਹੈ? ਹਾਂਜੀ, ਪਰਸੈਂਟੇਜ ਕਿੰਨੀ ਹੈ ਤੁਹਾਡੀ? ਮੈਮ 67। ਓਕੇ, ਆਇਲਸ? ਹਾਂਜੀ, IELTS 6 not less than 5.5 in one module। ਓਕੇ, ਹਾਂਜੀ ਸਰ। ਜੀ ਹਾਂਜੀ ਜੀ ਐਕਚੁਅਲੀ ਨਾ ਮੈਮ ਮੈਂ ਆਸਟ੍ਰੇਲੀਆ ਦੇ ਲਈ ਕਨਫਰਮ ਕਰਨਾ ਸੀਗਾ ਕਿ ਜਿੱਦਾਂ ਹੁਣ ਕੋਈ ਹੈ ਚਾਂਸਸ ਜੇ ਆਪਾਂ ਅਪਲਾਈ ਕਰਦੇ ਹਾਂ ਵੀਜ਼ਾ ਦੇ ਜਾਂ ਫਲਾਈਟ ਓਪਨ ਹੋਣ ਦਾ ਕੁਝ?
ਜੀ ਬਿਲਕੁਲ ਮਨਪ੍ਰੀਤ, ਤੁਸੀਂ ਆਪਣਾ ਸਵਾਲ ਟੀਵੀ ਤੇ ਸੁਣੋ। ਦੇਖੋ ਮਨਪ੍ਰੀਤ, ਕੀ ਹੈਗਾ, ਜੋ ਤੁਹਾਡੀ ਪ੍ਰੋਫਾਈਲ ਆ ਓਵਰਆਲ 6 ਚੋਂ 5.5 ਹੈ, ਇਹਦੇ ਵਿੱਚ ਤੁਹਾਡੇ ਕੋਲ ਦੋ ਆਪਸ਼ਨਸ ਹੈ। ਇਫ ਯੂ ਆਰ ਏ ਫਾਈਨੈਂਸ਼ੀਅਲੀ ਸਟਰੋਂਗ, ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਹੋ ਤੇ ਤੁਸੀਂ ਲੈਵਲ 1 ਦੀ ਯੂਨੀਵਰਸਿਟੀ ਨੂੰ ਅਪਰੋਚ ਕਰ ਸਕਦੇ ਹੋ, ਪਰ ਲੇਕਿਨ ਜੋ ਇਹਦੇ ਵਿੱਚ ਤੁਹਾਡਾ ਮੇਜਰ ਕਨਸੈਪਟ ਰਹੂਗਾ, ਯੂ ਹੈਵ ਟੂ ਬੀ ਕਲੀਅਰ ਦਾ ਜੀਟੀ, ਤੁਹਾਨੂੰ ਜੀਟੀ ਕਲੀਅਰ ਕਰਨੀ ਪਊਗੀ। ਦੂਸਰਾ, ਜੇ ਤੁਸੀਂ ਫਾਈਨੈਂਸ਼ੀਅਲੀ ਘੱਟ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤੇ ਯੂ ਹੈਵ ਏ ਆਪਸ਼ਨ D2D ਪ੍ਰੋਗਰਾਮ, ਟੇਫ ਕਾਲਜਸ ਡਿਪਲੋਮਾ ਲੀਡਸ ਟੂ ਡਿਗਰੀ ਲੈਵਲ 2 ਦੇ ਵਿੱਚ ਤੁਸੀਂ ਲੈ ਸਕਦੇ ਹੋ। ਔਰ ਬਾਕੀ ਜੋ ਵੀ ਤੁਸੀਂ ਜੇ ਆਸਟ੍ਰੇਲੀਆ ਅਪਲਾਈ ਕਰਦੇ ਹੋ, ਮੇਰੇ ਕਹਿਣ ਦਾ ਮਕਸਦ ਹੈ ਆਫਟਰ 19 ਟੂ ਟਿਲ ਨਾਓ ਦੀ ਯੂ ਹੈਵ ਟੂ ਬੀ ਪ੍ਰੋਪਰਲੀ ਜਸਟੀਫਾਈ, ਕਿ ਤੁਹਾਨੂੰ ਉਸ ਚੀਜ਼ ਨੂੰ ਪ੍ਰੋਪਰਲੀ ਜਸਟੀਫਾਈ ਕਰਨਾ ਪਊਗਾ। ਰੀਜ਼ਨ ਬਿਹਾਈਂਡ ਦੈਟ ਕੀ ਹੈ ਕਿ ਆਸਟ੍ਰੇਲੀਆ ਤੁਹਾਡੇ ਡਾਕੂਮੈਂਟਸ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰਿਕਟ ਹੈ, ਠੀਕ ਹੈ। ਸੋ ਜੇ ਤੁਸੀਂ ਤੁਹਾਡੇ ਕੋਲ 19 ਤੋਂ ਲੈ ਕੇ 21 ਤੱਕ ਦੀ ਜਸਟੀਫਿਕੇਸ਼ਨ ਹੈਗੀ ਹੈ ਤੇ ਤੁਹਾਨੂੰ ਅਸੀਂ ਪੈਕੇਜ ਵੀ ਅਸਾਈਨ ਕਰ ਦਿਆਂਗੇ, ਕੋਈ ਦਿੱਕਤ ਦੀ ਗੱਲ ਨਹੀਂ ਹੈਗੀ। ਬਸ ਮੈਨੂੰ ਤੁਹਾਡੇ ਵੱਲੋਂ ਫਾਈਨੈਂਸ਼ੀਅਲ ਚਾਹੀਦੇ ਹੈਗੇ ਆ, ਬਾਕੀ ਸਭ ਕੁਝ ਅਸੀਂ ਇਨਵੈਸਟ ਕਰਾਂਗੇ। ਵਾਂਸ ਯੂ ਗੈਟ ਦਾ ਵੀਜ਼ਾ ਆਉਣ ਤੋਂ ਬਾਅਦ ਤੁਹਾਡੇ ਕੋਲ ਅਸੀਂ ਪੈਸੇ ਚਾਰਜ ਕਰਾਂਗੇ। ਬਾਕੀ ਜੇ ਤੁਸੀਂ ਆਪ ਕਰਨਾ ਚਾਹੁੰਦੇ ਹੋ, ਤੁਹਾਨੂੰ ਮੈਂ ਦੱਸਿਆ ਤੁਹਾਡੇ ਲਈ ਯੂਨੀਵਰਸਿਟੀ ਪ੍ਰੋਗਰਾਮ ਵੀ ਓਪਨ ਹੈ, ਟੇਫ ਪ੍ਰੋਗਰਾਮ ਵੀ ਓਪਨ ਹੈ, ਵੈਟ ਪ੍ਰੋਗਰਾਮ ਵੀ ਓਪਨ ਹੈ, ਪਰ ਲੇਕਿਨ ਡੋਂਟ ਸਕਿਪ ਦਾ ਜੈਨ ਇਨਟੇਕ, ਬਿਕੋਜ਼ ਜੈਨ ਤੋਂ ਬਾਅਦ ਤੁਹਾਡੀ ਜਿਹੜੀ ਫਾਈਲ ਦੀ ਜਸਟੀਫਿਕੇਸ਼ਨ ਹੈ ਕਾਫੀ ਜ਼ਿਆਦਾ ਡੀਪਲੀ ਹੋਏਗੀ। ਸੋ ਮੇਰੇ ਕਹਿਣ ਦਾ ਮਕਸਦ ਤੁਸੀਂ ਆਸਟ੍ਰੇਲੀਆ ਆ ਸਕਦੇ ਹੋ। ਜੀ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹੈਲੋ, ਗੁੱਡ ਈਵਨਿੰਗ। ਹਾਂਜੀ, ਵੈਰੀ ਗੁੱਡ ਈਵਨਿੰਗ, ਕੀ ਨਾਮ ਹੈ ਜੀ ਤੁਹਾਡਾ? ਹਾਂਜੀ, ਐਕਚੁਅਲੀ ਮੈਮ ਨਾ ਮੈਨੂੰ ਆਪਣੀ ਪ੍ਰੋਫਾਈਲ ਡਿਸਕਸ ਕਰਨੀ ਸੀ ਕਿ ਮੈਂ 2020 ਬੈਚਲਰਸ ਡਿਗਰੀ ਕੰਪਲੀਟ ਕੀਤੀ ਹੈ, ਬੈਚਲਰਸ ਇਨ ਇਲੈਕਟ੍ਰੋਨਿਕਸ। ਓਕੇ, ਹਾਂਜੀ, ਤੇ ਮੈਂ ਨੈਕਸਟ ਮੈਮ ਕੀ ਆਪਸ਼ਨ ਲੈ ਸਕਦਾ? ਮੇਰੇ 6.5 ਨੋਟ ਲੈਸ ਦੈਨ 6 ਮੇਰੀ ਬੈਂਡ 4 ਹੈਗੀ ਹੈ। ਓਕੇ, ਜੀ ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ? ਹਾਂਜੀ, ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ ਤੁਸੀਂ? ਮੈਮ ਕੈਨੇਡਾ। ਓਕੇ, ਜੀ ਬਿਲਕੁਲ ਡੀਅਰ, ਤੁਸੀਂ ਕੈਨੇਡਾ ਜਾ ਸਕਦੇ ਹੋ, ਲੇਕਿਨ ਮੇਜਰ ਕਨਸੈਪਟ ਕੀ ਹੈਗਾ ਕਿ ਜੈਨ ਦੇ ਵਿੱਚ ਇਸ ਟਾਈਮ ਜਿਹੜੀਆਂ ਸੀਟਾਂ ਹੈਗੀਆਂ ਫਿਲ ਹੋ ਚੁੱਕੀਆਂ। ਇਸ ਟਾਈਮ ਜੋ ਤੁਹਾਡੇ ਬੈਂਡ ਸਕੋਰ ਹੈਗੇ ਆ 2020 ਪਾਸ ਆਊਟ ਹੋ ਤੁਸੀਂ, ਤੇ ਤੁਸੀਂ ਮਈ ਦੇ ਕਹਿ ਲਓ ਕਿ ਪ੍ਰੋਗਰਾਮ ਨੂੰ ਅਪਰੋਚ ਕਰੋ ਫਸਟਲੀ। ਰੀਜ਼ਨ ਕੀ ਹੈਗਾ ਕਿ ਇਸ ਟਾਈਮ ਜਨਵਰੀ ਟੋਟਲੀ ਕਲੋਜ਼ ਹੈ। ਇਵੇਂ ਤੁਹਾਨੂੰ ਕਹਿੰਦਾ ਤੁਹਾਨੂੰ ਜੈਨ 'ਚ ਸੀਟ ਮਿਲ ਜੂਗੀ, ਅੱਛੇ ਪਬਲਿਕ ਕਾਲਜ ਦੇ ਵਿੱਚ ਨਹੀਂ ਮਿਲੂਗੀ, ਕਿਉਂਕਿ ਜੇ ਤੁਸੀਂ ਮਾਸਟਰਸ ਨੂੰ ਅਪਰੋਚ ਕਰਨਾ ਜਾਂ ਪੀਜੀ ਪ੍ਰੋਗਰਾਮ ਨੂੰ ਅਪਰੋਚ ਕਰਨਾ ਤੇ ਤੁਹਾਡੇ ਲਈ ਮਈ ਇਨਟੇਕ ਦੀ ਅਵੇਲੇਬਿਲਿਟੀ ਹੈਗੀ, ਕਿਉਂ ਬਿਕੋਜ਼ ਮਈ ਦੇ ਸ਼ਟਰਸ ਇਸ ਟਾਈਮ ਓਪਨ ਹੋ ਚੁੱਕੇ ਆ। ਤੁਸੀਂ ਮਈ ਨੂੰ ਅਪਰੋਚ ਕਰੋ, GIC ਪੇ ਕਰੋ, ਸਾਲ ਦੀ ਫੀਸ ਪੇ ਕਰੋ, 110% ਯੂ ਗੋਟ ਅ ਵੀਜ਼ਾ, ਤੁਹਾਨੂੰ ਵੀਜ਼ਾ ਜ਼ਰੂਰ ਮਿਲੂਗਾ। ਪਰ ਲੇਕਿਨ ਮੇਕ ਸ਼ੋਰ ਜਿਹੜਾ ਮਈ ਇਨਟੇਕ ਹੈ ਉਹਨੂੰ ਤੁਸੀਂ ਸਕਿਪ ਨਾ ਕਰੋ, ਬਿਕੋਜ਼ ਚਾਂਸਿਸ ਤੁਹਾਡੇ ਇਸ ਟਾਈਮ ਹੈਗੇ ਆ। ਜੀ ਬਿਲਕੁਲ, ਤੇ ਆਪਾਂ ਅਗਰ ਗੱਲ ਕਰੀਏ ਕਿ ਅੱਛੀ ਪ੍ਰੋਫਾਈਲਸ ਦੀ ਗੱਲ ਕਰ ਲੈਂਦੇ ਆ, ਜਦੋਂ ਵੀ ਚੰਗੀ ਕੁਆਲੀਫਿਕੇਸ਼ਨ, ਚੰਗੀ ਪਰਸੈਂਟੇਜ, ਆਇਲਸ ਵਿੱਚ ਵੀ ਚੰਗਾ ਸਕੋਰ, ਉਹਨਾਂ ਲਈ ਤਾਂ ਢੇਰ ਸਾਰੀਆਂ ਆਪਸ਼ਨਸ ਹੁੰਦੀਆਂ। ਪਰ ਆਪਾਂ ਹੁਣ ਗੱਲ ਕਰੀਏ ਵੀਕ ਪ੍ਰੋਫਾਈਲਸ ਦੀ, ਜਿਨ੍ਹਾਂ ਦਾ ਆਇਲ ਸਕੋਰ ਚੰਗਾ ਨਹੀਂ ਹੈ ਜਾਂ ਫਿਰ ਜੋ ਆਇਲ ਕਲੀਅਰ ਹੀ ਨਹੀਂ ਕਰ ਪਾ ਰਹੇ, ਆਇਲਸ ਵਿਦਆਊਟ ਆਇਲਸ ਜੋ ਅਪਲਾਈ ਕਰਨਾ ਚਾਹੁੰਦੇ ਨੇ, ਕੁਆਲੀਫਿਕੇਸ਼ਨ ਵੀ ਚੰਗੀ ਨਹੀਂ ਹੈ, ਜ਼ਿਆਦਾ ਪਰਸੈਂਟੇਜ ਜ਼ਿਆਦਾ ਨਹੀਂ ਹੈ, ਉਹਨਾਂ ਲਈ ਅੱਜ ਦੇ ਟਾਈਮ ਵਿੱਚ ਕੀ ਸਹੀ ਆਪਸ਼ਨ ਕਹਿ ਸਕਦੇ ਹੋ? ਦੇਖੋ ਮੈਂ ਚਾਹੇ ਕਿਸੇ ਪ੍ਰਾਇਮਰੀ ਐਪਲੀਕੈਂਟ ਦੀ ਆਈਲੈਟਸ ਹੈ ਚਾਹੇ ਨਹੀਂ ਹੈ, ਠੀਕ ਹੈ, ਦੋ ਚੀਜ਼ਾਂ ਹੁੰਦੀਆਂ ਫਾਈਲ ਦੇ ਵਿੱਚ। ਐਕਚੁਅਲੀ ਕੀ ਹੁੰਦਾ ਹੈ ਕਿ ਜਾਂ ਅਸੀਂ ਤੁਹਾਡਾ ਏਜੰਟ ਨਹੀਂ ਤੁਹਾਨੂੰ ਪ੍ਰੋਪਰਲੀ ਕੰਸਰਨ ਕਰ ਪਾਇਆ, ਜਾਂ ਤੁਸੀਂ ਵਿਦਆਊਟ ਏਜੰਟ ਆਪਣੀ ਮਨਮਰਜ਼ੀ ਕੀਤੀ ਹੈ। ਹੁਣ ਕੀ ਚੀਜ਼ ਹੁੰਦੀ ਹੈ ਕਿ ਇੱਕ ਤਾਂ ਫਸਟਲੀ ਜਦੋਂ ਵੀ ਕਿਸੇ ਦਾ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ ਤੇ ਮੇਰਾ ਪਹਿਲਾ ਹੀ ਮੇਜਰ ਕੰਸਰਨ ਹੁੰਦਾ ਹੈ ਕਿ ਕਿਆ ਤੁਸੀਂ ਪ੍ਰੋਪਰਲੀ ਗੈਪ ਦੀ ਜਸਟੀਫਿਕੇਸ਼ਨ ਦਿੱਤੀ ਹੈ। ਹੁਣ ਦੇਖੋ ਮੈਂ ਗੈਪ ਇੱਕ ਇਦਾਂ ਦਾ ਸਿੰਗਲ ਡਾਕੂਮੈਂਟ ਹੈ ਕਿ ਜੋ ਤੁਹਾਡੇ ਲੱਖਾਂ ਰੁਪਏ ਲਗਾਏ ਹੋਏ ਤੁਹਾਡੇ ਫਿਊਚਰ ਨੂੰ ਖਰਾਬ ਕਰ ਦੂਗਾ। ਹੁਣ ਰਹੀ ਗੱਲ ਵਿਦਆਊਟ ਆਈਲੈਟਸ ਆਪਸ਼ਨ ਦੀ, ਇਹ ਨਹੀਂ ਕਿ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਆਈਲੈਟਸ ਬੈਰੀਅਰ ਦੇ ਨਾਲ ਹੀ ਜਾ ਕੇ ਉੱਥੇ ਤੁਸੀਂ ਸਰਵਾਈਵ ਕਰ ਸਕਦੇ ਹੋ। ਹੇਅਰਸ ਅ ਨੰਬਰ ਆਫ ਆਪਸ਼ਨਸ, ਨੰਬਰ ਆਫ ਪ੍ਰੋਗਰਾਮਸ, ਲਾਈਕ ਫਸਟ ਵਨ ਇਨ ਦਾ USA ਵਿੱਚ ਜੇ ਤੁਸੀਂ ਇੰਟਰਵਿਊ ਕਲੀਅਰ ਕਰ ਲੈਂਦੇ ਹੋ ਤੁਸੀਂ USA ਆਪਣਾ ਅੱਛਾ ਸੈਟਲ ਹੋ ਸਕਦੇ ਹੋ। ਔਰ ਸੈਕੰਡਲੀ ਬਿਫੋਰ ਵੀਜ਼ਾ ਤੁਹਾਡੀ USA ਦੀ ਜਿਹੜੀ ਫਾਈਲਿੰਗ ਦਾ ਖਰਚਾ ਵੀ ਬਹੁਤ ਜ਼ਿਆਦਾ ਘੱਟ ਹੈਗਾ, ਬਿਫੋਰ ਵੀਜ਼ਾ ਇਨਵੈਸਟਮੈਂਟ ਘੱਟ ਹੈ। ਦੂਸਰਾ UK ਦੇ ਵਿੱਚ ਹੇਅਰਸ ਅ ਨੰਬਰ ਆਫ ਯੂਨੀਵਰਸਿਟੀ ਜੋ ਹਜੇ ਵੀ ਤੁਹਾਨੂੰ ਵਿਦਆਊਟ ਆਈਲੈਟਸ LOR MOI ਬੇਸ ਤੇ ਐਡਮਿਸ਼ਨਸ ਦੇ ਰਹੀ ਹੈ। ਦੂਸਰਾ ਵਿਦਆਊਟ ਆਈਲੈਟਸ ਤੁਸੀਂ ਯੂਰਪ ਦੇ ਵਿੱਚ ਸ਼ੈਂਗਨ ਦੇ ਵਿੱਚ ਨੰਬਰ ਆਫ ਪ੍ਰੋਗਰਾਮਸ ਹੈ ਜੋ ਉਹਦੇ ਤੁਸੀਂ ਫਾਊਂਡੇਸ਼ਨ ਪ੍ਰੋਗਰਾਮ ਤੇ ਵੀਜ਼ਾ ਅਚੀਵ ਕਰ ਸਕਦੇ ਹੋ। ਬਾਕੀ ਮੈਂ ਇੱਕ ਚੀਜ਼ ਮੈਂ ਹਰ ਇੱਕ ਨੂੰ ਮੈਸੇਜ ਦੇਣਾ ਚਾਹੁੰਦਾ, ਜੋ ਪਾਰਟਿਕੂਲਰ ਕਿਆ ਹੁੰਦਾ ਹੈ, ਅਸੀਂ ਆਪਣੀ ਪ੍ਰੋਫਾਈਲ ਨੂੰ ਧੱਕੇ ਨਾਲ ਕਿਸੇ ਕੰਟਰੀ ਲਈ ਫਿੱਟ ਨਹੀਂ ਕਰ ਸਕਦੇ। ਜੋ ਤੁਹਾਡੀ ਪ੍ਰੋਫਾਈਲ ਹੈ ਮੇਕ ਸ਼ੋਰ ਇੱਕ ਸਹੀ ਏਜੰਟ ਉਹ ਤੁਹਾਨੂੰ ਹੀ ਗਾਈਡ ਕਰੂਗਾ ਜਿਸ ਕੰਟਰੀ ਲਈ ਤੁਸੀਂ ਫਿੱਟ ਬੈਠੋਗੇ। ਐਕਚੁਅਲੀ ਅਸੀਂ ਧੱਕੇ ਨਾਲ ਕਿਸੇ ਪ੍ਰੋਫਾਈਲ 'ਚ ਵੜ ਜਾਈਏ ਉਹ ਸਾਡੀ ਕਹਿ ਲਓ ਕਿ ਫਾਈਨੈਂਸ਼ੀਅਲੀ ਵੀ ਲੋਸ ਹੋਊਗਾ ਔਰ ਪ੍ਰੋਫਾਈਲ ਦਾ ਵੀ ਲੋਸ ਹੋਊਗਾ। ਉਹ ਚੀਜ਼ਾਂ ਮੈਟਰ ਅਪ ਕਰਦੀਆਂ ਜੀ। ਇਸੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਦ ਤੁਸੀਂ ਕਿਸੇ ਵੀ ਕੰਸਲਟੈਂਟ ਕੋਲ ਜਾਂਦੇ ਹੋ ਆਪਣੇ ਡਾਕੂਮੈਂਟਸ ਲੈ ਕੇ ਜਾਓ ਤਾਂ ਕਿ ਸਹੀ ਤਰੀਕੇ ਨਾਲ ਅਸੈਸਮੈਂਟ ਕਰਕੇ ਔਰ ਸਹੀ ਤਰੀਕੇ ਨਾਲ ਤੁਹਾਨੂੰ ਗਾਈਡ ਕੀਤਾ ਜਾ ਸਕੇ। ਇੱਕ ਵਾਰ ਫਿਰ ਤੋਂ ਦੱਸਦਾ ਤੁਹਾਨੂੰ ਕਿ ਜੇਕਰ ਤੁਸੀਂ
ਸੈਟਲਿੰਗ ਅਬਰੋਡ ਦੇ ਆਫਿਸ ਜਾਣਾ ਚਾਹੁੰਦੇ ਹੋ ਤਾਂ ਸੈਕਟਰ 3B2 ਮੋਹਾਲੀ ਦੇ ਵਿੱਚ ਉਹਨਾਂ ਦਾ ਆਫਿਸ ਹੈ, ਤੁਸੀਂ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਦੇ ਨਾਲ। ਤੇ ਕਿੰਨਾ ਕੁ ਫਰਕ ਪੈਂਦਾ ਹੈ? ਕਿਉਂਕਿ ਮੈਂ ਅਕਸਰ ਵੇਖਿਆ ਕਿ ਕਈ ਸਟੂਡੈਂਟਸ ਜੋ ਹੈ ਫੋਨ ਤੇ ਹੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਕੰਸਲਟੈਂਟਸ ਨੂੰ ਫੋਨ ਤੇ ਹੀ ਗੱਲ ਡਿਸਕਸ ਕਰਦੇ ਰਹਿੰਦੇ ਨੇ, ਪਰ ਜਦੋਂ ਡਾਕੂਮੈਂਟਸ ਲੈ ਕੇ ਪਹੁੰਚਦੇ ਨੇ ਤਾਂ ਕਿੰਨਾ ਕੁ ਫਰਕ ਪੈਂਦਾ ਹੈ ਸਲਾਹ ਦੇਣ ਦਾ? ਦੇਖੋ ਐਕਚੁਅਲੀ ਬਾਈ ਡਿਫਾਲਟ ਹੈ, ਇੱਕ ਚੀਜ਼ ਤੁਹਾਨੂੰ ਮੈਂ ਜੋ ਔਨ ਕਾਲ ਸਮਝਾਣੀ, ਪਰ ਇੱਕ ਚੀਜ਼ ਤੁਸੀਂ ਫਿਜ਼ੀਕਲੀ ਪ੍ਰੈਜ਼ੈਂਟ ਹੋ, ਪ੍ਰੈਕਟੀਕਲੀ ਔਨ ਟੇਬਲ ਕਲੀਅਰ ਕਰਨੀ, 50 ਡਾਊਟ ਤੁਹਾਡੇ ਕਲੀਅਰ ਹੁੰਦੇ ਆ, 50 ਸਾਡੇ ਕਲੀਅਰ ਹੁੰਦੇ ਆ। ਬਾਕੀ ਸੈਟਲਿੰਗ ਅਬਰੋਡ ਤੁਹਾਨੂੰ ਇਹ ਵੀ ਆਫਰ ਕਰ ਰਿਹਾ, ਇਫ ਯੂ ਹੈਵਿੰਗ ਏ ਕਿ ਡਿਸਟੈਂਸ ਇਸ਼ੂ ਕਿ ਤੁਸੀਂ ਕਾਫੀ ਦੂਰ ਤੋਂ ਅਸੀਂ ਆ ਨਹੀਂ ਸਕਦੇ, ਜੋ ਸਾਡੇ ਕੋਲ ਪਾਰਟਿਕੂਲਰ ਟਾਈਮਿੰਗ ਹੈਗੀ ਹੈ, ਤੁਸੀਂ ਸਾਡੇ ਨਾਲ ਵੈਬੀਨਾਰ ਦੇ ਉੱਤੇ ਜੁੜ ਸਕਦੇ ਹੋ, ਜ਼ੂਮ ਐਪ ਤੇ ਜੁੜ ਸਕਦੇ ਹੋ, ਸਾਡੇ ਦਿੱਤੇ ਗਏ ਨੰਬਰ ਤੇ ਆਪਣੀ ਅਪਾਇੰਟਮੈਂਟ ਫਿਕਸ ਕਰੋ ਕਿ ਤੁਹਾਡਾ ਜੋ ਸਾਡਾ ਵੈਲ ਟ੍ਰੇਨਡ ਸਟਾਫ ਹੈਗਾ ਤੁਹਾਨੂੰ ਫਰੋਮ ਹੋਮ ਹੀ ਤੁਹਾਡੇ ਘਰੇ ਬੈਠੇ ਹੀ ਸਾਨੂੰ ਵੀਡੀਓ ਕਾਲ ਅਰੇਂਜ ਕਰਾਂਗੇ, ਪ੍ਰੋਪਰਲੀ ਜੋ ਤੁਹਾਡੀ ਪ੍ਰੋਫਾਈਲ ਹੋਗੀ ਉਹਨੂੰ ਐਗਜ਼ੈਕਟ ਕਾਉਂਸਲਿੰਗ ਪ੍ਰੋਵਾਈਡ ਕੀਤੀ ਜਾਊਗੀ ਤੁਹਾਨੂੰ। ਜੀ ਤੇ ਕਈ ਸਟੂਡੈਂਟਸ ਦੀ ਮੈਂ ਇੱਕ ਬਹੁਤ ਜ਼ਿਆਦਾ ਪ੍ਰੋਬਲਮ ਆਪਾਂ ਦੇਖਦੇ ਹਾਂ ਕਿ ਜਦੋਂ ਰਿਫਿਊਜ਼ਲ ਵਾਲੇ ਕੇਸਿਸ ਹੁੰਦੇ ਨੇ, ਪ੍ਰੋਫਾਈਲ ਕਈ ਵਾਰੀ ਬਹੁਤ ਚੰਗੀ ਹੁੰਦੀ ਹੈ ਲੇਕਿਨ ਫਿਰ ਵੀ ਉਹਨਾਂ ਦਾ ਰਿਫਿਊਜ਼ਲ ਲੱਗਿਆ ਹੁੰਦਾ, ਤੇ ਇੱਥੇ ਮੈਂ ਜ਼ਰੂਰ ਚਾਹਾਂਗੀ ਕਿ ਆਪਾਂ ਇਹ ਵੀ ਗੱਲ ਡਿਸਕਸ ਕਰੀਏ ਪੁਆਇੰਟ, ਤਾਂ ਕਿ ਦਰਸ਼ਕ ਜਿੰਨੇ ਵੀ ਪ੍ਰੋਗਰਾਮ ਵੇਖ ਰਹੇ ਉਹ ਵੀ ਇਹਨਾਂ ਚੀਜ਼ਾਂ ਲੈ ਕੇ ਅਵੇਅਰ ਹੋਣ। ਕਿੰਨਾ ਕੁ ਪਰਸੈਂਟੇਜ ਅਸੀਂ ਮੰਨ ਸਕਦੇ ਹਾਂ ਕਿ ਸਟੂਡੈਂਟਸ ਦੀ ਆਪਣੀ ਗਲਤੀਆਂ ਕਰਕੇ ਹੀ ਰਿਫਿਊਜ਼ਲ ਲੱਗੇ ਹੁੰਦੇ ਨੇ, ਕਿ ਅਵੇਅਰ ਹੁੰਦੇ ਤਾਂ ਸ਼ਾਇਦ ਉਹ ਰਿਫਿਊਜ਼ਲ ਨਾ ਆਉਂਦੇ? ਦੇਖੋ ਐਕਚੁਅਲੀ ਕੀ ਹੁੰਦਾ ਹੈ ਕਿ ਇਹਦੇ ਵਿੱਚ ਨਾ ਦੇਖੋ ਇੱਕ ਵੀਜ਼ਾ ਇੱਕ ਲੱਕ ਤਾਂ ਹੈ ਹੀ ਹੈ, ਲੱਕ ਤੋਂ ਇਲਾਵਾ ਬਹੁਤ ਚੀਜ਼ਾਂ ਹੁੰਦੀਆਂ ਜੋ ਏਜੰਟ ਨੂੰ ਵੀ ਦਿਖਣੇ ਪੈਂਦੀਆਂ ਔਰ ਬੱਚੇ ਨੂੰ ਵੀ ਦਿਖਣੇ ਪੈਂਦੀਆਂ। ਹੁਣ ਐਕਚੁਅਲੀ ਕੀ ਹੈ, ਰੀਸੈਂਟਲੀ ਤੁਹਾਨੂੰ ਮੈਂ ਅੱਜ ਦੀ ਗੱਲ ਦੱਸਦਾ, ਬੱਚੇ ਦੇ ਅੱਛੇ ਬੈਂਡ ਸਕੋਰ ਸੀ, ਸਭ ਕੁਝ ਅੱਛਾ ਸੀ, ਪਰ ਲੇਕਿਨ ਦੇ ਵਾਂਟ ਕਿ ਮੈਨੂੰ ਚਾਹੀਦਾ ਹੀ ਪ੍ਰਾਈਵੇਟ ਕਾਲਜ, ਕਿਉਂਕਿ ਮੈਂ ਪੜ੍ਹਨਾ ਨਹੀਂ ਹੈਗਾ, ਮੇਰਾ ਮੇਨ ਮੋਟਿਵ ਹੈ ਜਸਟ ਬਾਹਰ ਪਹੁੰਚਣਾ। ਯਾਰ ਬਾਹਰ ਪਹੁੰਚਣਾ, ਦੇਖੋ ਜੇ ਤੁਹਾਡੇ ਕੋਲ ਵੀਜ਼ਾ ਹੈ, ਤੁਹਾਡੇ ਕੋਲ ਕੰਟਰੀ ਹੈ, ਤੁਹਾਡੇ ਕੋਲ ਵੀਜ਼ਾ ਨਹੀਂ, ਤੁਹਾਡੇ ਕੋਲ ਦਿੱਲੀ 에ਅਰਪੋਰਟ ਵੀ ਦੂਰ ਹੈ, ਸੋ ਚੀਜ਼ਾਂ ਮੈਟਰ ਕਰਦੀਆਂ। ਫਸਟਲੀ ਇਹ ਚੀਜ਼ ਦੇਖੋ ਜੋ ਮੈਂ ਪਹਿਲੇ ਵੀ ਕਹਿ ਕੇ ਹਟਿਆ ਕਿ ਤੁਹਾਡੀ ਪ੍ਰੋਫਾਈਲ ਕਿਸ ਪ੍ਰੋਗਰਾਮ ਦੇ ਲਈ, ਕਿਸ ਕੋਰਸ ਦੇ ਲਈ, ਕਿਸ ਕਾਲਜ ਦੇ ਲਈ ਔਰ ਕਿਸ ਕੰਟਰੀ ਦੇ ਲਈ ਐਲੀਜੀਬਿਲਟੀ ਹੈਗੀ ਹੈ। ਬਿਫੋਰ ਫਾਈਲਿੰਗ ਅਸੈਸਮੈਂਟ ਬਹੁਤ ਜ਼ਰੂਰੀ ਹੈ, ਤੇ ਜੋ ਅਸੈਸਮੈਂਟ ਤੁਹਾਨੂੰ ਗਾਈਡ ਕਰੂਗਾ, ਜੋ ਤੁਹਾਡਾ ਪਾਰਟਿਕੂਲਰ ਏਜੰਟ ਹੋਊਗਾ, ਅੱਛਾ ਏਜੰਟ, ਸਿਕਿਉਰ ਹੈਂਡ ਹੋਣਗੇ। ਦੇਖੋ ਐਕਚੁਅਲੀ ਕੀ ਹੁੰਦਾ ਕਿ ਇਟਸ ਏ ਚੇਨ ਕਿ ਤੁਹਾਡਾ ਕੰਮ ਹੋਗਾ, ਤੁਸੀਂ ਸਾਨੂੰ ਕਲਾਇੰਟ ਆਫਰ ਕਰੋਗੇ, ਪਰ ਲੇਕਿਨ ਐਕਚੁਅਲ ਚ ਕੰਸਰਨ ਕਿੱਥੇ ਆਂਦਾ ਹੈ, ਇਫ ਯੂ ਗੈਟ ਏ ਵੀਜ਼ਾ ਦੈਨ ਯੂ ਸ਼ੇਅਰ ਇਟ। ਐਕਚੁਅਲੀ ਕੀ ਹੈ ਕਿ ਜਦੋਂ ਤੁਸੀਂ ਫਾਈਲਿੰਗ ਕਰਨੀ ਹੈ, ਮੈਂ ਬਾਰ-ਬਾਰ ਇੱਕ ਚੀਜ਼ ਰਿਪੀਟਲੀ ਕਹਿ ਰਿਹਾ, ਤੁਸੀਂ ਵੇਖੋ ਤੁਹਾਡੀ SOP, ਤੁਹਾਡੇ ਗੈਪ ਦੀ ਜਸਟੀਫਿਕੇਸ਼ਨ, ਤੁਹਾਡੇ ਫਾਈਨੈਂਸ਼ੀਅਲਸ, ਤੁਹਾਡੇ ਕੋਰਸ ਦੀ ਰੈਲੀਵੈਂਸੀ, ਇਹ ਸਾਰੀਆਂ ਚੀਜ਼ਾਂ ਦੇ ਕਰਕਸ ਨੂੰ ਜੋ ਡਾਇਰੈਕਟਿਵਸ ਹੈ ਇਹੀ ਤੁਹਾਡਾ ਵੀਜ਼ਾ ਹੈ। ਜੇ ਅਸੀਂ ਇਹ ਚਾਰਾਂ ਚੀਜ਼ਾਂ ਦੇ ਡਾਇਰੈਕਟਿਵਸ ਨੂੰ ਬਿਫੋਰ ਫਾਈਲਿੰਗ, ਬਿਫੋਰ ਵੀਜ਼ਾ ਪ੍ਰੋਸੈਸ ਆਪਾਂ ਜੱਜ ਕਰਾਂਗੇ ਤੇ ਮੇਕ ਸ਼ੋਰ ਮੈਮ ਕਦੇ ਵੀ ਕੋਈ ਬੱਚਾ ਰਿਫਿਊਜ਼ ਹੀ ਨਹੀਂ ਹੋਗਾ। ਬਿਲਕੁਲ ਸਹੀ ਕਿਹਾ ਤੁਸੀਂ। ਤੇ USA ਨੂੰ ਲੈ ਕੇ ਇੱਕ ਸਵਾਲ ਇਹ ਵੀ ਜ਼ਰੂਰ ਰਹਿੰਦਾ ਬੱਚਿਆਂ ਦੇ ਮਨ ਵਿੱਚ, ਮੈਂ ਸਵਾਲ ਬਾਅਦ ਚ ਕਰਦੀ ਹਾਂ, ਪਰ ਕਾਲਰ ਜੁੜ ਗਏ ਨੇ ਫਿਲਹਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਰਮਨ ਗੱਲ ਕਰ ਰਹੀ ਹਾਂ ਸੇਖਾ ਤੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਂ ਪੁੱਛਣਾ ਸੀ ਕਿ ਮੈਂ +2 ਕੀਤੀ ਹੈ ਰੀਸੈਂਟਲੀ 2021 ਚ ਜੀ। ਤੇ ਮੈਮ ਮੇਰੇ ਓਵਰਆਲ 60% ਹੈ, ਤੇ ਮੈਂ ਪੁੱਛਣਾ ਸੀ ਮੇਰਾ UK ਵਿਦਆਊਟ ਆਇਲਟਸ ਹੋ ਜਾਏਗਾ? ਜੀ ਬਿਲਕੁਲ ਰਮਨ, ਮੈਂ ਪਹਿਲੇ ਵੀ ਸ਼ੋਅ 'ਚ ਗੱਲ ਕਹਿ ਕੇ ਹਟਿਆ ਕਿ ਸਟਿਲ UK ਹਜੇ ਵੀ ਆਪਾਂ ਨੂੰ ਵਿਦਆਊਟ ਆਇਲਟਸ ਐਡਮਿਸ਼ਨ ਦੇ ਰਿਹਾ, ਪਰ ਲੇਕਿਨ ਐਕਚੁਅਲ 'ਚ ਹੋਇਆ ਕੀ ਹੈ ਮੈਮ, ਕੱਲਾ ਇੰਨਾ ਹੁੰਦਾ ਨਹੀਂ, ਹਰ ਇੱਕ ਬੱਚੇ ਦੇ ਦਿਮਾਗ 'ਚ ਪੁਆਇੰਟ ਹੈ ਕਿ ਯਾਰ UK ਨੂੰ ਵਿਦਆਊਟ ਆਇਲਟਸ ਐਡਮਿਸ਼ਨ ਨਹੀਂ ਦੇ ਰਿਹਾ। ਦੇਖੋ UK ਐਡਮਿਸ਼ਨ ਦੇ ਰਿਹਾ, ਪਰ ਲੇਕਿਨ ਦੇ ਹੈਵ ਸਮ ਐਕਸਟਰਾ ਐਫਰਟਸ, ਉਹ 'ਚ ਸਾਨੂੰ ਐਕਸਟਰਾ ਐਫਰਟਸ ਲਗਾਉਣੇ ਪੈਣਗੇ। ਐਕਚੁਅਲੀ ਕੀ ਕਰਕਸ ਹੈਗਾ ਕਿ UK ਕੀ ਕਹਿੰਦਾ ਹੈ ਕਿ ਜਿਵੇਂ ਆਪਾਂ ਬੱਚੇ ਗਏ, ਜਿਵੇਂ ਆਪਾਂ ਵੇਖਿਆ ਪਹਿਲੇ ਵੀਜ਼ਾ ਸੀ ਹੁੰਦਾ 40 ਪੁਆਇੰਟਾਂ ਤੇ ਹੁਣ 70 ਤੇ ਆ ਗਿਆ। ਐਕਚੁਅਲੀ ਕੀ ਹੈਗਾ ਕਿ ਤੁਹਾਨੂੰ ਇਹਦੇ ਵਿੱਚ LOR MOI ਚਾਹੀਦੀ ਹੈ। ਦੂਸਰਾ ਇਹਦੇ ਉੱਤੇ ਤੁਹਾਨੂੰ ਜੇ ਤੁਸੀਂ ਅੱਛੀ ਯੂਨੀਵਰਸਿਟੀ ਲੈਣੀ ਹੈ ਤੇ ਮੇਕ ਸ਼ੋਰ ਜਿਵੇਂ ਤੁਸੀਂ ਵਿਦਆਊਟ ਆਇਲਟਸ ਹੋ ਸਕਦਾ ਤੁਹਾਨੂੰ ਯੂਨੀਵਰਸਿਟੀ ਦਾ ਇੰਟਰਵਿਊ ਕਲੀਅਰ ਕਰਨਾ ਪਏ ਐਟ ਦਾ ਟਾਈਮ ਆਫ ਕੈਸ਼ ਲੈਟਰ ਜਾਂ ਐਟ ਦਾ ਟਾਈਮ ਆਫ ਆਫਰ। ਬਾਕੀ ਸਟਿਲ ਹਜੇ ਵੀ UK ਇਨਰ ਲੰਡਨ, ਆਊਟਰ ਲੰਡਨ ਦੇ ਵਿੱਚ ਤੁਹਾਨੂੰ ਐਡਮਿਸ਼ਨ ਦੇ ਰਿਹਾ। ਬਸ UK ਦੇ ਵੀਜ਼ਾ ਦੇ ਲਈ ਖਿਆਲ ਰੱਖੋ ਕਿ ਤੁਹਾਡੇ ਫਾਈਨੈਂਸ਼ੀਅਲ 27 ਦਿਨ ਪੁਰਾਣੇ ਹੋਣ, ਪ੍ਰੋਪਰਲੀ ਜਸਟੀਫਿਕੇਸ਼ਨ ਹੋਣ। ਜੀ ਵੈਸੇ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ, ਪਰ ਮੈਂ ਇੱਕ ਛੋਟਾ ਜਿਹਾ ਸਵਾਲ ਹੋਰ ਕਰਨਾ ਚਾਹੂੰਗੀ ਸਪਾਊਸ ਵੀਜ਼ਾ ਨੂੰ ਲੈ ਕੇ, ਕਿ ਅਗਰ ਨਾਲ ਸਪਾਊਸ ਵੀਜ਼ਾ ਲਗਾਉਣਾ ਹੈ, ਦੋਵੇਂ ਇਕੱਠੇ ਜਾਣਾ ਚਾਹੁੰਦੇ ਨੇ, ਤਾਂ ਫਿਰ ਕਿਹੜੀ ਕੰਟਰੀ ਲਈ ਅਪਲਾਈ ਕਰਨਾ ਸਭ ਤੋਂ ਬੈਸਟ ਰਹੇਗਾ? ਵੈਸੇ UK ਦੀ ਵੀ ਗੱਲ ਕਰਦੇ ਆ, ਲੇਕਿਨ ਉਸ ਦੇ ਵਿੱਚ ਵੀ ਆਉਂਦਾ ਕਿ +2 ਵਾਲੇ ਸਟੂਡੈਂਟਸ ਨੇ, ਗ੍ਰੈਜੂਏਸ਼ਨ ਵਾਲੇ ਸਟੂਡੈਂਟਸ ਜੋ ਕਰ ਸਕਦੇ। ਐਕਚੁਅਲੀ ਸਪਾਊਸ ਦਾ ਮੇਜਰ ਕਰਕਸ ਹੀ ਲਾ ਲਓ, ਚਾਹੇ ਆਸਟ੍ਰੇਲੀਆ ਚਾਹੇ UK ਹੈ, ਉਹ ਬੋਥ ਆਰ ਗ੍ਰੈਜੂਏਟ। ਜੇ ਗ੍ਰੈਜੂਏਟ ਹੋਣਗੇ ਵੀਜ਼ਾ ਚਾਂਸਸ ਉਨੇ ਹੀ ਜ਼ਿਆਦਾ ਹੈ। ਹੁਣ ਕੈਨੇਡਾ ਵਿੱਚ ਸਪਾਊਸ ਆਫਟਰ 3 ਮੰਥਸ ਤੁਸੀਂ ਜਾ ਸਕਦੇ, ਇੱਕ ਸਮੈਸਟਰ ਤੋਂ ਬਾਅਦ। USA 'ਚ ਸੇਮ ਡੇ ਜਾ ਸਕਦਾ ਹੈ। ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਸ਼ੈਨਿੰਗਨ ਸਾਈਡ, ਇਦਾਂ ਦੀਆਂ ਕੰਟਰੀ ਹੈਗੀਆਂ ਜਿੱਥੇ ਤੁਸੀਂ ਸੇਮ ਡੇ ਜਾ ਸਕਦੇ ਹੋ। ਬਾਕੀ ਸਪਾਊਸ ਦੇ ਲਈ ਵੀ ਇੱਕ ਐਗਜ਼ੈਕਟ ਤੋਂ ਕਹਿ ਲਓ ਕਿ ਅਟਰੈਕਟ ਇੱਕ ਅਲੱਗ ਤੋਂ ਇੱਕ ਪ੍ਰੋਸਪੈਕਟ ਹੈ, ਜੋ ਵੀ ਸਾਨੂੰ ਸਾਈਡ ਬਾਈ ਸਾਈਡ ਅਕੋਰਡਿੰਗ ਟੂ ਦਾ ਪ੍ਰੋਗਰਾਮ ਅਚੀਵ ਕਰਨਾ ਪਊਗਾ। ਜੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਵੀ ਦਰਸ਼ਕ ਅੱਜ ਦਾ ਸ਼ੋਅ ਵੇਖ ਰਹੇ ਨੇ
ਨੇ ਉਹਨਾਂ ਨੇ ਇਹ ਸਾਰੀ ਜਾਣਕਾਰੀ ਜੋ ਹੈ ਜ਼ਰੂਰ ਧਿਆਨ ਨਾਲ ਸੁਣੀ ਹੋਏਗੀ, ਕਿਉਂਕਿ ਅਸੀਂ ਇਹ ਪ੍ਰੋਗਰਾਮ, ਇਹ ਸ਼ੋਅ ਲੈ ਕੇ ਹੀ ਖਾਸ ਤੌਰ ਤੇ ਇਸ ਲਈ ਆਉਂਦੇ ਹਾਂ ਤਾਂ ਕਿ ਜਿੰਨੇ ਵੀ ਸਾਡੇ ਪ੍ਰੋਗਰਾਮ ਵੇਖਣ ਵਾਲੇ ਦਰਸ਼ਕ ਨੇ, ਸਟੂਡੈਂਟਸ ਨੇ, ਵਿਦੇਸ਼ ਜਾਣਾ ਚਾਹੁੰਦੇ ਨੇ, ਉਹ ਕਿਸੇ ਵੀ ਅਪਡੇਟ ਤੋਂ ਵਾਂਝੇ ਨਾ ਰਹਿਣ, ਕਿਸੇ ਵੀ ਅਜਿਹੀ ਜਾਣਕਾਰੀ ਤੋਂ ਵਾਂਝੇ ਨਾ ਰਹਿਣ ਜੋ ਉਹਨਾਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬਹੁਤ ਹੀ ਜ਼ਰੂਰੀ ਹੈ। ਬਾਕੀ ਤੁਹਾਡਾ ਉਹ ਸਵਾਲ ਕੋਈ ਅਗਰ ਰਹਿ ਗਿਆ ਹੋਵੇ ਤਾਂ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਵੀ ਇਸ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ। ਵਿਜ਼ਿਟ ਕਰਨਾ ਚਾਹੋ ਸੈਟਲਿੰਗ ਅਬਰੋਡ ਦੇ ਆਫਿਸ, ਤਾਂ ਮੈਂ ਇੱਕ ਵਾਰ ਫਿਰ ਤੋਂ ਦੱਸ ਦਿੰਦੀ ਹਾਂ ਕਿ ਸੈਕਟਰ 3B2 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ। ਡਾਕੂਮੈਂਟਸ ਲੈ ਕੇ ਵਿਜ਼ਿਟ ਜ਼ਰੂਰ ਕਰ ਸਕਦੇ ਹੋ ਤਾਂ ਕਿ ਸਹੀ ਤਰੀਕੇ ਨਾਲ ਅਸੈਸਮੈਂਟ ਕਰਕੇ ਤੁਹਾਨੂੰ ਗਾਈਡ ਕੀਤਾ ਜਾ ਸਕੇ ਕਿ ਕਿਹੜੀ ਬੈਸਟ ਆਪਸ਼ਨ ਤੁਹਾਡੇ ਲਈ ਹਲੇ ਵੀ ਜੋ ਹੈ ਮੌਜੂਦ ਹੈ, ਜਿਸ ਦਾ ਤੁਸੀਂ ਫਾਇਦਾ ਚੱਕ ਸਕਦੇ ਹੋ ਆਪਣੇ ਫਿਊਚਰ ਨੂੰ ਬ੍ਰਾਈਟ ਬਣਾਉਣ ਦੇ ਲਈ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਲਈ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।